ਗੋਇੰਦਵਾਲ ਸਾਹਿਬ ਪਵਿੱਤਰ ਸਥਾਨ ਤੇ ਸਤਿਗੁਰੂ ਮਹਾਰਾਜ ਜੀ ਬਿਰਾਜਮਾਨ ਨੇ। ਸਿੱਖ ਸੰਗਤਾਂ ਆ ਰਹੀਆਂ ਹਨ। ਗੁਰੂ ਪਾਤਸ਼ਾਹ ਜੀ ਆਉਣ ਵਾਲੀਆਂ ਸੰਗਤਾਂ ਦੀ ਭਾਵਨਾ ਨੂੰ ਵੇਖਦਿਆਂ ਦੁਖੀਆਂ ਦੇ ਦੁੱਖ ਕੱਟ ਰਹੇ ਨੇ, ਰੋਗੀਆਂ ਦੇ ਰੋਗ ਕੱਟ ਰਹੇ ਨੇ। ਜਿਨ੍ਹਾਂ ਦੇ ਜੀਵਨ ਦੇ ਅੰਦਰ ਕਲਾ ਕਲੇਸ਼ ਹੈ, ਸਤਿਗੁਰੂ ਮਹਾਰਾਜ ਜੀ ਉਸ ਕਲਾ ਕਲੇਸ਼ ਨੂੰ ਮਿਟਾਉਂਦੇ ਨੇ। ਇਹ ਨਹੀਂ ਕਿ ਉਦੋਂ ਮਿਟਾਉਂਦੇ ਸੀ, ਅੱਜ ਨਹੀਂ, ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਾਡੇ ਦੁੱਖ ਵੀ ਕੱਟੇ ਜਾਂਦੇ ਨੇ, ਸਾਡੇ ਰੋਗ ਵੀ ਕੱਟੇ ਜਾਂਦੇ ਹਨ, ਔਰ ਸਾਡੇ ਜੀਵਨ ਦੇ ਜੋ ਕਲਾ ਕਲੇਸ਼ ਨੇ ਉਹ ਵੀ ਮਿਟਦੇ ਨੇ। ਜਦੋਂ ਅਸੀਂ ਅੰਮ੍ਰਿਤਮਈ ਬਾਣੀ ਦਾ ਜਾਪ ਕਰਦੇ ਹਾਂ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕਲੇਸ਼ ਲੋਭ ਮੋਹ ਮਹਾਂ ਭਵ ਜਲ ਤਾਰੇ। ਜਦੋਂ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ ਤੇ ਮਹਾਰਾਜ ਅੱਜ ਵੀ ਸਾਨੂੰ ਕਹਿੰਦੇ ਆ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ, ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ, ਸੰਤੋ ਸੁਖ ਹੋਆ ਸਭ ਥਾਈ। ਗੁਰੂ ਅਮਰਦਾਸ ਮਹਾਰਾਜ ਜੀ ਜਿੱਥੇ ਰਹਿਮਤਾਂ ਵਰਤਾਉਂਦੇ ਨੇ, ਪੰਗਤ ਔਰ ਸੰਗਤ ਦਾ ਉਪਦੇਸ਼ ਦੇ ਕੇ ਨਾਮ ਦੀ ਰੰਗਤ ਸਤਿਗੁਰੂ ਮਹਾਰਾਜ ਜੀ ਬਖਸ਼ਦੇ ਨੇ, ਉੱਥੇ ਬਾਬਾ ਬੁੱਢਾ ਸਾਹਿਬ ਜੀ ਇੱਕ ਆਦਿਕ ਸੂਝਵਾਨ ਗੁਰੂ ਕੇ ਸਿੱਖਾਂ ਨੇ ਗੁਰੂ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਵੀ ਮਹਾਰਾਜ ਸਿੱਖ ਦੀ ਰਹਿਣੀ ਕੈਸੀ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਉਹ ਕਿਰਤ ਕਰੇ ਨਾਮ ਜਪੇ ਵੰਡ ਸਕੇ, ਔਰ ਕਿਰਤ ਵਿਰਤ ਕਰ ਧਰਮ ਕੀ ਹੱਥੋਂ ਦੇ ਕੇ ਭਲਾ ਮਨਾਵੇ। ਉਹ ਜੀਵਨ ਦੇ ਅੰਦਰ ਕਿਸੇ ਦੀ ਨਿੰਦਾ ਨਾ ਕਰੇ, ਝੂਠ ਦਾ ਰਾਹ ਨਾ ਅਪਣਾਵੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਤਿਆਗ ਕਰੇ। ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਭੁੱਖ ਤੋਂ ਬਿਨਾਂ ਨਾ ਖਾਵੇ, ਵੀ ਭੁੱਖ ਨਹੀਂ ਹੈ ਜ਼ਬਰਦਸਤੀ ਖਾ ਰਿਹਾ ਹੈ, ਔਰ ਨੀਂਦ ਤੋਂ ਬਿਨਾਂ ਸੌਵੇਂ ਨਾ, ਨੀਂਦ ਆਈ ਨਹੀਂ ਫਿਰ ਵੀ ਜਿਹੜਾ ਉਹ ਸੌਣ ਦਾ ਯਤਨ ਕਰ ਰਿਹਾ, ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਨੀਂਦ ਨਹੀਂ ਆ ਰਹੀ ਫਿਰ ਵੀ ਮੰਜੇ ਤੇ ਪਿਆ ਪਾਸੇ ਮਾਰਦਾ ਹੈ, ਮਾਰੇ ਕਹਿੰਦੇ ਇਹ ਵੀ ਗੁਰੂ ਦੇ ਸਿੱਖ ਦੀ ਰਹਿਣੀ ਵਿੱਚ ਨਹੀਂ ਆਉਂਦਾ। ਭੁੱਖ ਨਹੀਂ ਲੱਗੀ ਹੋਈ ਪਰ ਫਿਰ ਵੀ ਜੀਵ ਦੇ ਸਵਾਦ ਲਈ ਖਾ ਰਿਹਾ, ਪੇਟ ਜਿਹੜਾ ਉਹ ਭਰ ਰਿਹਾ ਹੈ, ਇਹ ਵੀ ਸਿੱਖ ਦੀ ਰਹਿਣੀ ਵਿੱਚ ਨਹੀਂ ਆਉਂਦਾ। ਜਦੋਂ ਭੁੱਖ ਲੱਗੇ ਉਦੋਂ ਖਾਣਾ, ਜਦੋਂ ਨੀਂਦ ਆਵੇ ਉਦੋਂ ਸੌਣਾ, ਜਾਂ ਗੁਰਮੁਖਾਂ ਦੀ ਨਿਸ਼ਾਨੀ ਹੈ ਥੋੜਾ ਖਾਣਾ ਥੋੜਾ ਸੌਣਾ, ਥੋੜਾ ਬੋਲਣਾ। ਜਿਹੜਾ ਬਹੁਤਾ ਬੋਲ ਰਿਹਾ ਹੈ ਉਹ ਵੀ ਹਜੇ ਗੁਰਸਿੱਖ ਨਹੀਂ ਬਣਿਆ, ਵੀ ਬਿਨਾਂ ਮਤਲਬ ਤੋਂ, ਜਿਹਦਾ ਕੋਈ ਮਤਲਬ ਹੀ ਨਹੀਂ, ਜੋ ਕੇਵਲ ਇੱਕ ਬੋਲ ਬੋਲ ਕੇ ਚੱਖ ਹੀ ਮਾਰ ਰਿਹਾ ਹੈ। ਬਹੁਤਾ ਬੋਲਣ ਚੱਖਣ ਹੋਏ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਸਮਝਾ ਰਹੇ ਨੇ ਕਿ ਪਰਮੇਸ਼ਵਰ ਦਾ ਭਾਣਾ ਮੰਨਣ ਵਾਲਾ ਹੋਵੇ, ਪਰਮੇਸ਼ਵਰ ਨੂੰ ਦੋਸ਼ ਦੇਣ ਵਾਲਾ ਨਾ ਹੋਵੇ। ਸਿੱਖ ਦੀ ਰਹਿਣੀ ਐਸੀ ਹੋਵੇ ਕਿ ਉਹਨੂੰ ਪਤਾ ਹੋਵੇ ਵੀ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਵੀ ਜੋ ਮੈਂ ਕੀਤਾ ਸੀ ਉਹ ਮੈਂ ਪਾਇਆ, ਦੋਸ਼ ਕਿਸੇ ਨੂੰ ਕਿਉਂ ਦਿਆਂ। ਇਸ ਤਰ੍ਹਾਂ ਗੁਰੂ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ। ਇਸੇ ਹੀ ਪ੍ਰਸੰਗ ਦੀ ਲੜੀ ਨੂੰ ਜੋੜਦੇ ਹਾਂ। ਕਵੀ ਜੀ ਜੋ ਇਤਿਹਾਸ ਦਾ ਜ਼ਿਕਰ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ। ਨਾਮ ਦਾਨ ਇਸ਼ਨਾਨ ਨਾ ਤਿਆਗੈ। ਸਾਹਿਬ ਜੀ ਕਹਿੰਦੇ ਇੱਕ ਨਾਮ ਔਰ ਇੱਕ ਇਸ਼ਨਾਨ, ਇਹਦਾ ਤਿਆਗ ਕਦੇ ਵੀ ਨਾ ਕਰੇ। ਜਿੱਥੋਂ ਤੱਕ ਹੋ ਸਕੇ ਤੁਸੀਂ ਨਿਤ ਉੱਠ ਕੇ ਇਸ਼ਨਾਨ ਤਨ ਦਾ ਵੀ ਕਰਨਾ ਹੈ ਤੇ ਮਨ ਦਾ ਵੀ ਕਰਨਾ ਹੈ। ਤਨ ਦਾ ਇਸ਼ਨਾਨ ਪਾਣੀ ਨਾਲ ਹੋਵੇਗਾ ਔਰ ਮਨ ਦਾ ਇਸ਼ਨਾਨ ਗੁਰਬਾਣੀ ਦੇ ਨਾਲ ਹੋਵੇਗਾ। ਗੁਰਬਾਣੀ ਦੇ ਨਾਲ ਤਨ ਦਾ ਇਸ਼ਨਾਨ ਨਹੀਂ ਹੋ ਸਕਦਾ ਤੇ ਪਾਣੀ ਦੇ ਨਾਲ ਮਨ ਦਾ ਇਸ਼ਨਾਨ ਨਹੀਂ ਹੋ ਸਕਦਾ। ਇਸ ਲਈ ਤਨ ਦਾ ਇਸ਼ਨਾਨ ਪਾਣੀ ਦੇ ਨਾਲ ਹੈ ਤੇ ਮਨ ਦਾ ਗੁਰਬਾਣੀ ਦੇ ਨਾਲ ਹੈ। ਇਹ ਨਿਤ ਉੱਠ ਕੇ ਅਸੀਂ ਇਹ ਨੇਮ, ਨਿਤ ਦੇ ਨੇਮ ਵਿੱਚ ਕਰਮ ਕਰਨਾ ਹੈ। ਜਿਹੜਾ ਸਿੱਖ ਦੀ ਰਹਿਣੀ ਹੈ ਉਹਦੇ ਵਿੱਚ ਉਹ ਨਿਤ ਉੱਠ ਕੇ ਪਰਮੇਸ਼ਵਰ ਦੇ ਨਾਮ ਦਾ ਇਸ਼ਨਾਨ ਮਨ ਕਰਕੇ ਕਰੇ। ਔਰ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੇ। ਇਹ ਕਦੇ ਵੀ ਆਪਣੇ ਜੀਵਨ ਵਿੱਚੋਂ ਇਹਨੂੰ ਤਿਆਗੇ ਨਾ, ਇਹਨੂੰ ਛੱਡੇ ਨਾ। ਦੁਨੀਆ ਵਿੱਚ ਅਸੀਂ ਰਹਿ ਰਹੇ ਹਾਂ, ਇੱਕ ਦਿਨ ਕਿਸੇ ਨੂੰ ਨਹੀਂ ਮਿਲਾਂਗੇ ਸਰ ਜਾਏਗਾ, ਕਿਸੇ ਰਿਸ਼ਤੇਦਾਰੀ ਦੇ ਨਹੀਂ ਜਾਵਾਂਗੇ ਸਰ ਜਾਏਗਾ, ਇੱਕ ਦਿਨ ਭੋਜਨ ਵੀ ਨਹੀਂ ਖਾਵਾਂਗੇ ਤਾਂ ਵੀ ਸਰ ਜਾਏਗਾ। ਪਰ ਜੇ ਇੱਕ ਦਿਨ ਨਿਤਨੇਮ ਨਹੀਂ ਕਰੋਗੇ ਤੇ ਬਹੁਤ ਵੱਡਾ ਘਾਟਾ ਪੈ ਜਾਏਗਾ। ਇਹ ਵਸਤ ਤਜੀ ਨਾ ਜਾਈ। ਮਹਾਰਾਜ ਕਹਿੰਦੇ ਸਭ ਕੁਝ ਤਜਿਆ ਮੈਨੇ ਛੱਡ ਦੇਣਾ, ਛੱਡਿਆ ਜਾ ਸਕਦਾ ਹੈ ਪਰ ਇੱਕ ਨਿਤ ਦਾ ਨੇਮ ਨਹੀਂ ਛੱਡਿਆ ਜਾ ਸਕਦਾ। ਇੱਥੇ ਵੀ ਮਹਾਰਾਜ ਕਹਿੰਦੇ ਇਹ ਨਾਮ ਦਾਨ ਇਸ਼ਨਾਨ ਨਾ ਤਿਆਗੈ, ਇਹਨੂੰ ਕਦੇ ਵੀ ਤਿਆਗੇ ਨਾ ਪਾਵੇ, ਇਹਨੂੰ ਕਦੇ ਵੀ ਛੱਡੇ ਨਾ। ਨਿਤ ਪ੍ਰਤੀ ਇਨਹੀ ਤੋ ਅਨੁਰਾਗੈ। ਨਿਤ ਪ੍ਰਤੀ ਦਿਨ ਇਹਦੇ ਨਾਲ ਪ੍ਰੀਤ ਪਾਵੇ, ਪ੍ਰੇਮ ਦੇ ਵਿੱਚ ਭਿੱਜ ਕੇ ਨਾਮ ਦਾ ਇਸ਼ਨਾਨ ਕਰੇ, ਪ੍ਰੇਮ ਵਿੱਚ ਭਿੱਜ ਕੇ ਸੇਵਾ ਸਿਮਰਨ ਵਿੱਚ ਜੁੜੇ। ਸਾਹਿਬ ਜੀ ਕਹਿੰਦੇ ਇਹ ਨਿਤ ਦਾ ਨੇਮ ਹੋਣਾ ਚਾਹੀਦਾ ਹੈ। ਹਰ ਗੁਰ ਕੀ ਨਿੰਦਾ ਨਹਿ ਸੁਣੈ। ਪਰਮੇਸ਼ਵਰ ਦੀ ਕੋਈ ਬੁਰਾਈ ਕਰਦਾ ਹੋਵੇ ਕਦੇ ਨਾ ਸੁਣੇ, ਗੁਰੂ ਸਾਹਿਬ ਜੀ ਦੀ ਕੋਈ ਨਿੰਦਾ ਕਰਦਾ ਹੋਵੇ ਤੇ ਕਦੇ ਨਾ ਸੁਣੇ। ਆਪਣੇ ਆਪ ਨੂੰ ਉੱਥੋਂ ਹਟਾ ਲਵੇ। ਭਾਵ ਉਹ ਕੋਈ ਨਿੰਦਾ ਕਰ ਰਿਹਾ ਉਹਦੇ ਵਿੱਚ ਆਪ ਵੀ ਜਾ ਕੇ ਜੁੜ ਨਾ ਜਾਏ, ਉਹ ਕਿਸੇ ਦੀ ਵੀ ਕਿਸੇ ਪ੍ਰਕਾਰ ਦੀ ਨਿੰਦਾ ਨੂੰ ਨਾ ਸੁਣਦਾ ਹੋਵੇ। ਭਾਗੈ ਤਹਤੇ ਕਹਿ ਸੁਣੈ। ਸਾਹਿਬ ਜੀ ਕਹਿੰਦੇ ਨੇ ਉਹ ਭਾਗੇ ਦਾ ਅਰਥ ਵੀ ਉਹ ਰਸਤਾ ਹੀ ਛੱਡ ਦੇਵੇ, ਉਹ ਸੰਗਤ ਹੀ ਛੱਡ ਦੇਵੇ। ਜੇ ਸਾਨੂੰ ਪਤਾ ਵੀ ਇਹ ਸਾਕਤ ਹੈ, ਇਹ ਮਨਮੁਖ ਹੈ, ਇਹਦੇ ਕੋਲ ਮਨਮੁਖ ਦੇ ਕੋਲ ਵਿਕਾਰ ਨੇ, ਤੇ ਮਹਾਰਾਜ ਕਹਿੰਦੇ ਉਹਦਾ ਰਸਤਾ ਛੱਡ ਕੇ ਦੂਜਾ ਰਸਤਾ ਪਕੜ ਲਓ। ਜੇ ਉਹਦੀ ਸੰਗਤ ਕਰੋਗੇ ਉਹਦਾ ਵੀ ਅਸਰ ਤੁਹਾਡੇ ਤੇ ਹੋਏਗਾ। ਤੇ ਜੇ ਤੁਹਾਨੂੰ ਕੋਈ ਗੁਰਮੁਖ ਰੱਬ ਦਾ ਪਿਆਰਾ ਮਿਲ ਜਾਏ ਤੇ 2 ਕਦਮ ਅੱਗੇ ਹੋ ਕੇ ਉਹਨੂੰ ਮਿਲੋ। ਪਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ। ਸਾਕਤ ਦੀ ਸੰਗਤ ਨਹੀਂ ਕਰਨੀ। ਗੁਰਮੁਖ ਨੂੰ ਅੱਗੇ ਹੋ ਕੇ 4 ਕਦਮ ਮਿਲਣਾ ਹੈ। ਸਾਕਤ ਨੂੰ ਵੇਖ ਕੇ ਪਾਸਾ ਵੱਟ ਜਾਓ, ਤੁਹਾਡਾ ਭਲਾ ਹੋਏਗਾ। ਗੁਰਮੁਖ ਮਿਲ ਜਾਏ ਤੇ ਉਹਨੂੰ ਅੱਗੇ ਹੋ ਕੇ ਕਹੋ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਰੋਜ਼ ਅਸੀਂ ਅਰਦਾਸ ਵਿੱਚ ਵੀ ਕਹਿੰਦੇ ਹਾਂ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਗੁਰਸਿੱਖਾਂ ਨੂੰ ਮਿਲਣ ਨਾਲ ਸਾਡੀ ਜ਼ਿੰਦਗੀ 'ਚ ਸਾਡਾ ਭਲਾ ਹੋਏਗਾ। ਤੇ ਹੁਣ ਸਾਨੂੰ ਪਤਾ ਲੱਗੇ ਵੀ ਇੱਥੇ ਨੁਕਸਾਨ ਹੈ, ਇੱਥੇ ਸਾਨੂੰ ਲਾਭ ਹੈ, ਫਿਰ ਅਸੀਂ ਨੁਕਸਾਨ ਵਾਲੇ ਪਾਸੇ ਥੋੜੀ ਜਾਵਾਂਗੇ, ਅਸੀਂ ਫਿਰ ਲਾਭ ਵਾਲੇ ਪਾਸੇ ਜਾਵਾਂਗੇ। ਹੁਣ ਮਾਰੇ ਕਹਿੰਦੇ ਸਾਕਤ ਦਾ ਸੰਗ ਨਹੀਂ ਕਰਨਾ, ਇਹ ਰਹਿਣੀ ਹੋਵੇ ਇਹ ਹਰ ਇੱਕ ਗੁਰਸਿੱਖ ਦੀ। ਤੇ ਗੁਰਸਿੱਖ ਨੂੰ ਅੱਗੇ ਹੋ ਕੇ ਮਿਲੇ ਵੀ ਤੂੰ ਮੇਰੇ ਗੁਰੂ ਦਾ ਪਿਆਰਾ ਹੈ, ਤੂੰ ਮੈਨੂੰ ਗੁਰੂ ਦੀਆਂ ਬਾਤਾਂ ਸੁਣਾ ਜਿਹਦੇ ਨਾਲ ਮੇਰਾ ਵੀ ਭਲਾ ਹੋ ਜਾਏ। ਇਸ ਲਈ ਗੁਰੂ ਮਹਾਰਾਜ ਜੀ ਕਹਿੰਦੇ ਜੋ ਨਿੰਦਕ ਹੋਵੇ ਉਹਦੇ ਨਿੰਦਕ ਦੇ ਬੋਲ ਨਾ ਸੁਣੇ ਔਰ ਨਾ ਹੀ ਉਹਦੀ ਸੰਗਤ ਵਿੱਚ ਬੈਠਣਾ ਕਰੇ। ਛਰ ਮਤ ਸਰ ਤਿਸਨਾ ਕੋ ਤਜ ਕੈ। ਔਰ ਜਿਹੜਾ ਛਲ ਹੈ, ਕਪਟ ਹੈ, ਮਨ ਦੇ ਵਿੱਚ ਜੋ ਈਰਖਾ ਹੈ, ਤ੍ਰਿਸ਼ਨਾ ਹੈ, ਇਹਨੂੰ ਛੱਡਣ ਦੇ ਵਿੱਚ ਹੀ ਭਲਾ ਹੈ। ਜੋ ਮਨ ਛਲ ਕਰਦਾ ਹੈ, ਕਪਟ ਕਰਦਾ ਹੈ, ਜੋ ਇਹਦੇ ਵਿੱਚ ਤ੍ਰਿਸ਼ਨਾ ਦੀ ਪਿਆਸ ਲੱਗੀ ਹੋਈ ਹੈ, ਔਰ ਤੀਸਰਾ ਹੈ ਕਹਿਣ ਲੱਗੇ ਮਤ ਸਰ ਈਰਖਾ, ਇਹਨੂੰ ਛੱਡਣ ਦੇ ਵਿੱਚ ਹੀ ਭਲਾ ਹੁੰਦਾ ਹੈ। ਨਿਜ ਆਚੋ ਜਾਣੈ ਹਰ ਭਜ ਕੈ। ਆਪਣੀ ਜ਼ਿੰਦਗੀ ਦਾ ਭਲਾ ਕਰਕੇ ਜਾਣੇ ਕਿ ਭਜਨ ਬੰਦਗੀ ਮੇਰੇ ਵਾਸਤੇ ਬਹੁਤ ਜ਼ਰੂਰੀ ਹੈ।
ਅਸੀਂ ਦੁਨੀਆ ਦੇ ਵਿੱਚ ਜਾਣਾ ਤੇ ਇਹ ਭਜਨ ਬੰਦਗੀ ਲੈ ਕੇ ਜਾਵਾਂਗੇ ਤੇ ਸਾਡਾ ਮਾਲਕ ਦੇ ਘਰ ਦੇ ਵਿੱਚ ਸਾਡਾ ਇਹ ਜਨਮ ਪ੍ਰਵਾਨ ਹੋ ਜਾਏਗਾ। ਅਸੀਂ ਜਨਮ ਸਵਾਰ ਕੇ ਜਾਵਾਂਗੇ। ਜੇ ਈਰਖਾ ਦੇ ਨਾਲ ਭਰੇ ਹੋਏ, ਨਫ਼ਰਤ ਨਾਲ ਭਰੇ ਹੋਏ ਗਏ ਤੇ ਅੱਗੇ ਮਾਲਕ ਦੇ ਘਰ ਥਾਂ ਨਹੀਂ ਜੇ ਮਿਲਣੀ। ਉੱਥੇ ਈਰਖਾ ਵਾਲੇ, ਨਫ਼ਰਤ ਨਾਲ ਭਰਿਆ ਹੋਇਆਂ ਨੂੰ ਥਾਂ ਨਹੀਂ ਮਿਲਦੀ। ਉੱਥੇ ਤਾਂ ਗੁਰਮੁਖ ਜਨਮ ਸਵਾਰ ਦਰਗਾਹ ਚਲਿਆ, ਉਹ ਤਾਂ ਜਿਹੜਾ ਜਨਮ ਸਵਾਰ ਕੇ ਚਲਿਆ। ਇਸ ਲਈ ਮਹਾਰਾਜ ਜੀ ਕਹਿੰਦੇ ਨੇ, ਸਭ ਕਹਿੰਦੇ ਨਿਜ ਆਛੋ ਜਾਣੈ, ਨਿਜ ਮੈਨੇ ਆਪਣਾ, ਆਛੋ ਮੈਨੇ ਭਲਾ, ਵੀ ਆਪਣਾ ਭਲਾ ਜਾਣ ਕੇ ਭਜਨ ਬੰਦਗੀ ਵਿੱਚ ਜੁੜੇ, ਕਿਉਂਕਿ ਸਾਥ ਨਾ ਚੱਲੈ ਬਿਨ ਭਜਨ। ਸਾਡੀ ਜੀਵ ਆਤਮਾ ਦੇ ਨਾਲ ਭਜਨ ਬੰਦਗੀ ਤੋਂ ਸਿਵਾ ਜਾਣੀ ਕੁਛ ਨਹੀਂ। ਤੇ ਮਾਲਕ ਦੇ ਘਰ ਅੱਗੇ ਪ੍ਰਵਾਨਗੀ ਵੀ ਭਜਨ ਬੰਦਗੀ ਕਰਕੇ ਹੋਣੀ ਹੈ, ਈਰਖਾ ਨਫ਼ਰਤ ਕਰਕੇ ਨਹੀਂ ਹੋਣੀ। ਇਸ ਲਈ ਮਹਾਰਾਜ ਕਹਿੰਦੇ ਆਪਣਾ ਭਲਾ ਕਰਕੇ ਜਾਣੇ ਔਰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੇ। ਸੁਖ ਪਰਲੋਕ ਚਾਹੇ ਕਰ ਸਦਾ। ਜੇ ਉਹ ਚਾਹੁੰਦਾ ਵੀ ਮੈਨੂੰ ਪਰਲੋਕ ਦਾ ਸਦਾ ਸੁੱਖ ਮਿਲ ਜਾਏ, ਜਿਹੜੇ ਸੁੱਖ ਆਪਾਂ ਭੋਗਦੇ ਆਂ ਇਹ ਤੇ ਕੁਝ ਮਿੰਟਾਂ ਦੇ, ਕੁਝ ਘੰਟਿਆਂ ਦੇ, ਕੁਝ ਦਿਨਾਂ ਦੇ ਹੁੰਦੇ ਆ। ਅੱਜ ਬੰਦਾ ਸੁਖੀ ਹੁੰਦਾ ਹੈ, ਕੱਲ ਨੂੰ ਦੁਖੀ ਹੋ ਜਾਂਦਾ ਹੈ। ਸਵੇਰੇ ਕਹਿੰਦਾ ਮੈਂ ਬੜਾ ਸੁਖੀ ਹਾਂ, ਸ਼ਾਮ ਨੂੰ ਪੁੱਛਿਆ ਕਹਿੰਦਾ ਮੈਂ ਬੜਾ ਦੁਖੀ ਹਾਂ। ਸਵੇਰੇ ਬੰਦਾ ਹੱਸਦਾ ਹੁੰਦਾ ਹੈ, ਰਾਤ ਨੂੰ ਰੋ ਰਿਹਾ ਹੁੰਦਾ ਹੈ। ਹੁਣੇ ਇਹ ਖੁਸ਼ੀਆਂ ਮਾਣਦਾ ਹੁੰਦਾ ਹੈ, ਥੋੜੇ ਸਮੇਂ ਬਾਅਦ ਗਮ ਵਿੱਚ ਡੁੱਬ ਜਾਂਦਾ ਹੈ। ਪਰ ਜੇ ਅਸੀਂ ਸਦਾ ਲਈ ਸੁੱਖ ਚਾਹੁੰਦੇ ਹਾਂ, ਜੇ ਸੁੱਖ ਬਣਿਆ ਰਹੇ ਸਾਡੀ ਜ਼ਿੰਦਗੀ 'ਚ, ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਜੋ ਸੁੱਖ ਕੋ ਚਾਹੈ ਸਦਾ ਸਦਾ। ਜੇ ਤੂੰ ਹਰ ਵੇਲੇ, ਹਰ ਸਮੇਂ, ਹਰ ਟਾਈਮ ਸੁੱਖ ਮੰਨਣਾ ਚਾਹੁੰਦਾ ਤੇ ਫਿਰ ਉਹਦੀ ਸ਼ਰਨ ਵਿੱਚ ਆ, ਜਿੱਥੇ ਆ ਕੇ ਤੈਨੂੰ ਸੁੱਖ ਮਿਲਣਾ ਹੈ। ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਰਾਮ ਨੇ ਰਮਿਆ ਹੋਇਆ ਪਰਮੇਸ਼ਵਰ, ਤੂੰ ਪਰਮੇਸ਼ਵਰ ਦੀ ਸ਼ਰਨ ਵਿੱਚ ਆ। ਇੱਥੇ ਸਤਿਗੁਰੂ ਜੀ ਕਹਿੰਦੇ ਜੇ ਪਰਲੋਕ ਦਾ ਸੁੱਖ ਚਾਹੁੰਦੇ ਹੋ, ਜੇ ਚਾਹੁੰਦੇ ਹੋ ਵੀ ਸਦਾ ਸੁੱਖ ਸਾਡੇ ਜੀਵਨ ਵਿੱਚ ਬਣਿਆ ਰਹੇ, ਜਗ ਸੁਖ ਮਹਿ ਉਰਜੈ ਨ ਕਦਾ। ਫਿਰ ਜਗਤ ਦੇ ਸੁੱਖ ਵਿੱਚ ਨਾ ਉਲਝ ਜਾਇਓ। ਜੇ ਤੁਸੀਂ ਮਾਇਆਵੀ ਪਦਾਰਥਾਂ ਦੇ ਸੁੱਖ ਵਿੱਚ ਉਲਝ ਗਏ, ਫਿਰ ਤੁਸੀਂ ਮਨ ਦਾ ਸੁੱਖ ਨਹੀਂ ਲੈ ਸਕਦੇ। ਮਨ ਦਾ ਸੁੱਖ ਤਾਂ ਮਿਲੇਗਾ ਜੇ ਇਸ ਮਾਇਆਵੀ ਪਦਾਰਥਾਂ ਦੇ ਜੰਜਾਲ ਚੋਂ ਨਿਕਲਾਂਗੇ। ਜੇ ਅਸੀਂ ਕਹੀਏ ਵੀ ਮਾਇਆਵੀ ਪਦਾਰਥਾਂ ਦੇ ਸੁੱਖ ਮੰਨਣੇ ਆ, ਫਿਰ ਮਨ ਨਹੀਂ ਕਦੇ ਸੁਖੀ ਹੋ ਸਕਦਾ। ਤਨ ਕਰਕੇ ਤੇ ਅਸੀਂ ਸੁੱਖ ਲੈ ਲਾਂਗੇ, ਸੁੱਖ ਸੁਵਿਧਾ ਬੜੀਆਂ ਮਿਲ ਜਾਣਗੀਆਂ, ਮਿਲੀਆਂ ਵੀ ਨੇ। ਹਰ ਪੱਖ ਤੋਂ ਸਾਨੂੰ ਸੁੱਖ ਸੁਵਿਧਾ ਮਿਲੀ ਹੈ। ਸਰੀਰ ਦੇ ਆਰਾਮ ਵਾਸਤੇ ਕੀ ਕੁਝ ਨਹੀਂ ਬਣ ਗਿਆ, ਸਭ ਕੁਝ ਬਣ ਗਿਆ। ਮਸ਼ੀਨਰੀਆਂ ਬਣ ਗਈਆਂ, ਹੁਣ ਤੇ ਸਭ ਕੁਝ ਬਣਿਆ ਬਣਾਇਆ ਮਿਲ ਜਾਂਦਾ, ਬਣਾਉਣ ਦੀ ਵੀ ਲੋੜ ਨਹੀਂ ਹੈ। ਹਾਂ, ਬਸ ਇੱਕ ਖਾਣ ਦੀ ਲੋੜ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਆ ਕਿ ਜੇ ਮਨ ਦਾ ਸੁੱਖ ਚਾਹੀਦਾ ਤਾਂ ਫਿਰ ਮਾਇਆਵੀ ਪਦਾਰਥਾਂ ਦਾ ਸੁੱਖ ਛੱਡਣਾ ਪੈਣਾ ਹੈ। ਤੇ ਜੇ ਮਾਇਆਵੀ ਪਦਾਰਥਾਂ ਦਾ ਸੁੱਖ ਮੰਗਦੇ ਹੋ, ਫਿਰ ਮਨ ਨਹੀਂ ਕਦੇ ਸੁਖੀ ਹੋ ਸਕਦਾ। ਇੱਕ ਬੰਦਾ ਕਹਿੰਦਾ ਵੀ ਮੈਂ ਧਨ ਪਦਾਰਥ ਲੈ ਕੇ ਵੱਡਾ ਹੋਣਾ ਚਾਹੁੰਦਾ, ਤੇ ਮਹਾਰਾਜ ਕਹਿੰਦੇ ਜੇ ਤੂੰ ਵੱਡਾ ਹੋਣਾ ਚਾਹੁੰਦਾ ਮੁਬਾਰਕ ਹੈ, ਪਰ ਪਹਿਲਾਂ ਇਹ ਤੇ ਸੁਣ ਲੈ, ਵੱਡੇ ਵੱਡੇ ਜੋ ਦੀਸੈਂ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਜਿਹੜੇ ਤੂੰ ਵੱਡੇ ਲੋਕ ਨੇ ਉਹ ਤਾਂ ਚਿੰਤਾ ਵਿੱਚ ਡੁੱਬੇ ਪਏ ਆ, ਉਹਨਾਂ ਨੂੰ ਫਿਕਰ ਲੱਗਾ ਪਿਆ, ਉਹਨਾਂ ਨੂੰ ਚਿੰਤਾ ਲੱਗੀ ਪਈ ਹੈ। ਤੂੰ ਕਹਿੰਦਾ ਮੈਂ ਮਾਇਆ ਦੀ ਪਦਾਰਥਾਂ 'ਚ ਵੱਡਾ ਹੋਣਾ ਹੈ। ਸਾਹਿਬ ਕਹਿੰਦੇ ਹੋ ਜਾ, ਪਰ ਚਿੰਤਾ ਤੋਂ ਸਿਵਾ ਤੇਰੇ ਪੱਲੇ ਹੋਣਾ ਕੁਛ ਨਹੀਂ। ਔਰ ਇੱਕ ਗੱਲ ਧਿਆਨ 'ਚ ਰੱਖਿਓ, ਸਰੀਰ ਦੁਖੀ ਨਹੀਂ ਹੁੰਦਾ, ਮਨ ਦੁਖੀ ਹੁੰਦਾ ਹੈ। ਚਿੰਤਾ ਸਰੀਰ ਨੂੰ ਨਹੀਂ ਲੱਗਦੀ, ਚਿੰਤਾ ਸਾਡੇ ਮਨ ਨੂੰ ਲੱਗਦੀ ਹੈ। ਡਿਪਰੈਸ਼ਨ ਦੇ ਵਿੱਚ ਸਰੀਰ ਨਹੀਂ ਜਾਂਦਾ, ਡਿਪਰੈਸ਼ਨ ਵਿੱਚ ਸਾਡਾ ਮਨ ਜਾਂਦਾ ਹੈ। ਜੇ ਇਹਨੂੰ ਚਿੰਤਾ ਦੀ ਬਿਮਾਰੀ ਲੱਗਦੀ ਹੈ ਤਾਂ ਸਰੀਰ ਨੂੰ ਨਹੀਂ ਲੱਗਦੀ, ਮਨ ਨੂੰ ਲੱਗਦੀ ਹੈ। ਇਸ ਲਈ ਮਨ ਦਾ ਸਕੂਨ ਲੈਣ ਵਾਸਤੇ, ਮਨ ਨੂੰ ਡਿਪਰੈਸ਼ਨ ਤੋਂ ਬਚਾਉਣ ਵਾਸਤੇ, ਮਨ ਨੂੰ ਚਿੰਤਾ ਤੋਂ ਬਚਾਉਣ ਵਾਸਤੇ ਸਾਨੂੰ ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰਬਾਣੀ ਕਹਿੰਦੀ ਆ ਉਹ ਸਾਡੇ ਭਲੇ ਵਾਸਤੇ ਕਹਿੰਦੀ ਆ ਵੀ ਤੂੰ ਇਹ ਚਿੰਤਾ ਤੋਂ ਸਦਾ ਲਈ ਛੁਟਕਾਰਾ ਪਾ ਲੇਗਾ। ਪਰ ਜੋ ਗੁਰਬਾਣੀ ਕਹਿੰਦੀ ਆ ਉਹਦੇ ਤੇ ਅਮਲ ਕਰਨਾ ਪੈਣਾ, ਉਸ ਮਾਰਗ ਤੇ ਤੁਰਨਾ ਪੈਣਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰੋ, ਨਾਮ ਦੇ ਅਭਿਆਸੀ ਬਣੋ, ਇਹਦੇ ਨਾਲ ਤੁਹਾਨੂੰ ਸਦਾ ਸੁੱਖ ਮਿਲੇਗਾ ਔਰ ਮਨ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਦੂਰ ਹੋਣਗੀਆਂ। ਗੁਰ ਸੇਵਨ ਹਰ ਸਿਮਰਨ ਕਰਨੋ। ਗੁਰੂ ਦੀ ਸੇਵਾ ਵਿੱਚ ਤੇ ਨਾਮ ਸਿਮਰਨ, ਦੋ ਹੀ ਚੀਜ਼ਾਂ ਨੇ ਸਾਡੇ ਕੋਲ, ਸੇਵਾ ਤੇ ਸਿਮਰਨ। ਸੇਵਾ ਸਰੀਰ ਨਾਲ ਕਰਨੀ ਹੈ, ਹੱਥਾਂ ਨਾਲ, ਔਰ ਸਿਮਰਨ ਮਨ ਦੇ ਨਾਲ ਕਰਨਾ ਹੈ। ਅਸੀਂ ਹੱਥਾਂ ਨਾਲ ਸੇਵਾ ਕਰਦੇ ਰਹੀਏ, ਮਨ ਕਰਕੇ ਸਿਮਰਨ ਕਰੀਏ। ਮਨ ਨੂੰ ਹੀ ਆਵਾਜ਼ ਦਿੱਤੀ ਹੈ ਸਿਮਰਨ ਕਰਨ ਲਈ। ਜੇ ਸਿਮਰਨ ਕਰਨਾ, ਭਜਨ ਕਰਨਾ, ਬੰਦਗੀ ਕਰਨੀ ਤੇ ਮਨ ਨੂੰ ਹੀ ਕਿਹਾ, ਤਨ ਨੂੰ ਕਿਤੇ ਨਹੀਂ ਕਿਹਾ ਗਿਆ। ਕਬੀਰ ਸਾਹਿਬ ਕਹਿੰਦੇ ਰਾਮ ਸਿਮਰ ਪਛੋਤਾਹੇਗਾ ਮਨ। ਮਨ ਨੂੰ ਕਹਿੰਦੇ ਪਛਤਾਏਗਾ, ਤਨ ਨੂੰ ਨਹੀਂ ਕਹਿੰਦੇ। ਮਨ ਨੂੰ ਆਵਾਜ਼ਾਂ ਦਿੱਤਾ ਗਿਆ, ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ। ਇਹ ਮਨ ਹਰ ਜੀ ਤੇ ਆਏ ਤੂੰ ਮੈਨੇ ਇਹ ਮਨ ਤੂੰ ਤੇ ਆਉਣਾ, ਇਹ ਨਾਮ ਸਰੀਰ ਨੇ ਨਹੀਂ ਤੇ ਆਉਣਾ। ਕਈ ਕਹਿੰਦੇ ਜੀ ਬਾਣੀ ਅਸੀਂ ਬਹੁਤ ਪੜ੍ਹਦੇ ਹਾਂ ਪਰ ਪਰੇਸ਼ਾਨੀਆਂ ਨਹੀਂ ਜਾਂਦੀਆਂ। ਅਸੀਂ ਬਹੁਤ ਪਾਠ ਕਰਦੇ ਹਾਂ ਪਰ ਹਰ ਵੇਲੇ ਡਿਪਰੈਸ਼ਨ ਵਿੱਚ ਹੀ ਰਹਿੰਦੇ ਹਾਂ। ਕੀ ਕਰੀਏ? ਅਸਲ ਵਿੱਚ ਬਾਣੀ ਤਾਂ ਅਸੀਂ ਤਨ ਨਾਲ ਜੋੜੀ ਹੈ, ਮਨ ਨਾਲ ਤੇ ਜੋੜੀ ਕੋਈ ਨਹੀਂ। ਜਿਸ ਦਿਨ ਸਾਡੀ ਬਾਣੀ ਦੀ ਮਨ ਦੇ ਨਾਲ ਅਟੈਚਮੈਂਟ ਹੋ ਜਾਏਗੀ, ਜਿਸ ਦਿਨ ਸ਼ਬਦ ਤੇ ਮਨ ਜੁੜ ਜਾਏਗਾ, ਉਸ ਦਿਨ ਕੋਈ ਪਰੇਸ਼ਾਨੀ ਰਹਿਣੀ ਨਹੀਂ, ਉਸ ਦਿਨ ਕੋਈ ਚਿੰਤਾ ਰਹਿਣੀ ਨਹੀਂ ਹੈ। ਜੇ ਹੈ ਤਾਂ ਸਮਝ ਲਓ ਹਜੇ ਸ਼ਬਦ ਸਰੀਰ ਦੇ ਉੱਪਰ ਹੀ ਫਿਰਦਾ ਹੈ, ਇਹ ਸ਼ਬਦ ਸਾਡੇ ਮਨ ਵਿੱਚ ਗਿਆ ਹੀ ਕੋਈ ਨਹੀਂ। ਸਭ ਕਹਿੰਦੇ ਧੁਰ ਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਤੇਰੀ ਸਾਰੀ ਚਿੰਤਾ ਨੂੰ ਮਿਟਾਉਣ ਲਈ ਬਾਣੀ ਹੈ, ਪਰ ਅਸੀਂ ਬਾਣੀ ਪੜ੍ਹ ਕੇ ਵੀ ਚਿੰਤਾ 'ਚ। ਉਹਦਾ ਮਤਲਬ ਬਾਣੀ ਜਿਹੜੀ ਆਈ ਆ ਉਹ ਤੇਰੇ ਹਜੇ ਮਨ ਤੱਕ ਨਹੀਂ ਆਈ, ਤੇਰੇ ਕੰਨ ਤੱਕ ਆਈ ਹੈ। ਹਜੇ ਤੇਰੀ ਜ਼ੁਬਾਨ ਤੱਕ ਬਾਣੀ ਆਈ ਹੈ, ਤੇਰੀ ਅੱਖਾਂ ਤੱਕ ਬਾਣੀ ਆਈ ਹੈ, ਮਨ ਤੱਕ ਤੇ ਪਹੁੰਚੀ ਨਹੀਂ ਹਜੇ। ਜਿਸ ਦਿਨ ਬਾਣੀ ਤੇਰੇ ਮਨ ਤੱਕ ਪਹੁੰਚ ਜਾਏਗੀ, ਤੇਰੇ ਸਾਰੇ ਦੁੱਖ ਰੋਗ ਚਿੰਤਾ ਮੁੱਕ ਜਾਣਗੇ। ਮਹਾਰਾਜ ਕਹਿੰਦੇ ਇਹ ਮਨ ਹਰ ਜੀ ਤੇ ਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਪਰ ਮਨ ਤੇ ਚਿੱਤ ਇੱਕ ਹੋਣਾ ਚਾਹੀਦਾ ਨਾ। ਪਾਠ ਕਰਦੇ ਆ ਚੇਤੇ ਕੋਈ ਹੋਰ ਹੀ ਆਈ ਜਾਂਦਾ ਹੈ, ਪਾਠ ਕਰਦੇ ਆ ਮਨ ਕਿਤੇ ਹੋਰ ਹੀ ਫਿਰਦਾ ਹੈ, ਫਿਰ ਕਿਵੇਂ ਗੱਲ ਬਣੇਗੀ? ਜਿਹੜਾ ਪਾਠ ਕਰਦੇ ਆ ਉਹਦੇ ਵਿੱਚ ਮਨ ਦਾ ਹੋਣਾ ਬੜਾ ਜ਼ਰੂਰੀ ਹੈ। ਜਿਹੜਾ ਪਾਠ ਕਰ ਰਹੇ ਆ ਉਹਦੇ ਵਿੱਚ ਚਿੱਤ ਚੇਤੇ ਨਿਰੰਕਾਰ ਵਾਹਿਗੁਰੂ ਆਵੇ। ਪਾਠ ਅਸੀਂ ਨਿਰੰਕਾਰ ਦੀ ਬਾਣੀ ਦਾ ਕਰ ਰਹੇ ਹਾਂ, ਪਰ ਚੇਤੇ ਸਾਨੂੰ ਸੰਸਾਰ ਆ ਰਿਹਾ। ਇਹ ਕੁਝ ਕਮੀਆਂ ਨੇ ਜਿਹੜੀਆਂ ਅਸੀਂ ਦੂਰ ਕਰਾਂਗੇ ਤਾਂ ਪਤਾ ਲੱਗਣਾ ਵੀ ਬਾਣੀ ਵਿੱਚ ਕੀ ਹੈ, ਕਿਹੜੀ ਬਖਸ਼ਿਸ਼ ਹੈ। ਇੱਥੇ ਮਹਾਰਾਜ ਨੇ ਸਮਝਾਇਆ, ਸਾਹਿਬ ਜੀ ਕਹਿੰਦੇ ਗੁਰ ਸੇਵਨ, ਗੁਰੂ ਸੇਵਾ ਵਿੱਚ ਲੱਗੋ, ਕਿਉਂਕਿ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾਗਜ਼ ਨਾ ਵਸਾਏ। ਕਾਲ ਦਾ ਵਸ ਵੀ ਨਹੀਂ ਚੱਲੇਗਾ ਜੇ ਤੁਸੀਂ ਗੁਰੂ ਸੇਵਾ ਵਿੱਚ ਭਾਵਨਾ ਨਾਲ ਲੱਗੋਗੇ। ਔਰ ਫਿਰ ਮਹਾਰਾਜ ਕਹਿੰਦੇ ਹਰ ਸਿਮਰਨ ਕਰਨੇ, ਨਾਮ ਦਾ ਸਿਮਰਨ ਕਰੋ। ਤਨ ਦਿੱਤਾ ਹੈ, ਸਰੀਰ ਦਿੱਤਾ ਹੈ ਸੇਵਾ ਵਿੱਚ ਜੁੜਨ ਲਈ, ਔਰ ਮਨ ਦਿੱਤਾ ਹੈ ਪਰਮੇਸ਼ਵਰ ਦੇ ਨਾਮ ਸਿਮਰਨ ਵਿੱਚ ਜੁੜਨ ਵਾਸਤੇ। ਇਸ ਤੋਂ ਉੱਪਰ ਹੋਰ ਕੋਈ ਨਹੀਂ, ਇਸ ਤੋਂ ਉੱਪਰ ਹੋਰ ਕੋਈ ਵਿਚਾਰ ਨਹੀਂ, ਕੋਈ ਇਸ ਤੋਂ ਉੱਪਰ ਕੋਈ ਹੋਰ ਉਪਾਅ ਨਹੀਂ ਹੈ। ਸੇਵਾ ਔਰ ਸਿਮਰਨ ਕਰਕੇ ਹੀ ਸੁੱਖ, ਖੁਸ਼ੀਆਂ, ਆਨੰਦ, ਖੇੜਾ ਸਾਡੀ ਜ਼ਿੰਦਗੀ 'ਚ ਆਉਣਾ ਹੈ। ਇਸ ਤੋਂ ਉੱਪਰ ਮਹਾਰਾਜ ਕਹਿੰਦੇ ਹੋਰ ਕੋਈ ਵਿਚਾਰ ਨਹੀਂ, ਇਸ ਤੋਂ ਉੱਪਰ ਹੋਰ ਕੋਈ ਉਪਾਅ ਨਹੀਂ। ਹਾਂ ਦੁਨੀਆ ਬੈਠੀ ਹੈ ਉਪਾਅ ਦੱਸਣ ਵਾਲੀ,
ਅਖਬਾਰਾਂ ਭਰੀਆਂ ਪਈਆਂ ਨੇ, ਨਿਊਜ਼ ਵਿੱਚ ਖਬਰਾਂ ਭਰੀਆਂ ਪਈਆਂ ਨੇ, ਸਾਡੇ ਕੋਲ ਆਓ, ਅਸੀਂ ਹਰ ਤਰ੍ਹਾਂ ਦੇ ਸਮਾਧਾਨ ਕਰਾਂਗੇ, ਉਪਾਅ ਕਰਾਂਗੇ, ਅੱਜ ਆਹ ਉਪਾਅ, ਕੱਲ ਉਹ ਹੈ, ਪਰਸੋਂ। ਪਰ ਮਾਰੇ ਕਹਿੰਦੇ ਜਿਹੜਾ ਉਪਾਅ ਤੈਨੂੰ ਦੱਸਦਾ ਇਹ ਤੋਂ ਉੱਪਰ ਕੋਈ ਨਹੀਂ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਇਸ ਤੋਂ ਉੱਪਰ ਕੋਈ ਉਪਾਅ ਨਹੀਂ ਹੈ। ਉਹ ਸਾਡੇ ਮਨ ਦਾ ਵਹਿਮ ਹੈ, ਜਿੰਨੇ ਮਰਜ਼ੀ ਉਪਾਅ ਕਰੀ ਜਾਓ, ਦਿਹਾੜੀ 'ਚ ਭਾਵੇਂ 20 ਉਪਾਅ ਕਰੀ ਜਾਓ, ਪਰ ਇਹ ਸੇਵਾ ਤੇ ਸਿਮਰਨ ਤੋਂ ਉੱਪਰ ਵਾਲਾ ਉਪਾਅ ਕੋਈ ਨਹੀਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਹਨ, ਸੁਭ ਮਤ ਇਨਕੋ ਤਿਆਗੈ ਨਾਹੀ। ਜਿਹੜੀ ਸ਼ੁਭ ਮਤ ਹੈ ਇਹਨੂੰ ਨਾ ਤਿਆਗੋ। ਜੇ ਸ਼ੁਭ ਮਤ ਤਿਆਗ ਦਿੱਤੀ ਤਾਂ ਭੈੜੀ ਮਤ ਆ ਜਾਣੀ ਅੰਦਰ। ਜੇ ਭੈੜੀ ਮਤ ਆ ਗਈ ਤੇ ਮਨ ਫਿਰ ਚੰਗੇ ਪਾਸੇ ਨਹੀਂ ਲੱਗੇਗਾ, ਮਨ ਮਾੜੇ ਪਾਸੇ ਲੱਗੇਗਾ। ਹੁਕਮ ਸੁਣਿਆ ਗੁਰੂ ਸਾਹਿਬ ਦਾ, ਪੜਿਆ, ਮਨ ਰੇ ਕੌਣ ਕੋ ਮਤ ਤੈਂ ਲੈਣੀ। ਸ਼ੁਭ ਮਤ ਨਹੀਂ ਹੈ ਨਾ, ਇੱਥੇ ਭੈੜੀ ਮਤ ਹੈ। ਮਨ ਪੁੱਠੇ ਪਾਸੇ ਕਿਉਂ ਲੱਗ ਗਿਆ? ਕਿਉਂਕਿ ਮਤ ਭੈੜੀ ਹੋ ਗਈ। ਮਨ ਰੇ ਕੌਣ ਕੋ ਮਤ ਤੈਂ ਲੈਣੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀ ਨਹੀਂ। ਸਾਹਿਬ ਕਹਿੰਦੇ ਸ਼ੁਭ ਮਤ ਨੂੰ ਕਦੇ ਵੀ ਨਾ ਤਿਆਗੋ। ਚੰਗੀ ਮਤ ਦੇ ਧਾਰਨੀ ਬਣੋ, ਮਾੜੀ ਮਤ ਦੇ ਨਹੀਂ। ਚੰਗੀ ਸੰਗਤ ਕਰੋ, ਮਾੜੀ ਸੰਗਤ ਨਹੀਂ। ਇਸ ਲਈ ਸ਼ੁਭ ਮਤ ਨੂੰ ਤੁਸੀਂ ਕਦੇ ਵੀ ਨਾ ਤਿਆਗਣਾ, ਜਿਹਦੇ ਕਰਕੇ ਤੁਹਾਡਾ ਜੀਵਨ ਵੀ ਚੰਗਾ ਹੋਵੇਗਾ। ਮਿਲਿਓ ਰਹਿ ਸਤ ਸੰਗਤ ਮਾਹੀ। ਔਰ ਯਤਨ ਕਰੋ ਜਿੱਥੋਂ ਤੱਕ ਹੋ ਸਕੇ ਸਤ ਸੰਗਤ ਵਿੱਚ ਮਿਲ ਕੇ ਰਹੋ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਕਿਉਂ ਰਹੀਏ ਸਤ ਸੰਗਤ ਵਿੱਚ? ਕਿਉਂਕਿ ਸਤ ਸੰਗਤ ਕਰਕੇ ਹੀ ਤੇ ਭਵਜਲ ਤੋਂ ਪਾਰ ਹੋਣਾ ਹੈ। ਮਰੇ ਕਹਿੰਦੇ ਜਿੱਥੋਂ ਤੱਕ ਹੋ ਸਕੇ ਮਿਲਿਓ ਰਹੇ, ਜੁੜ ਕੇ ਰਹੋ, ਸਤ ਸੰਗਤ ਮਾਹੀ। ਸਤ ਦੀ ਸੰਗਤ ਵਿੱਚ ਜੁੜ ਕੇ ਰਿਹਾ ਕਰੋ। ਗੁਰਬਾਣੀ ਸੋ ਮਨ ਅਨੁਰਾਗੈ। ਔਰ ਗੁਰਬਾਣੀ ਨਾਲ ਮਨ ਕਰਕੇ ਪ੍ਰੀਤ ਪਾਓ। ਤੁਹਾਡੀ ਪ੍ਰੀਤ ਹੋਣੀ ਚਾਹੀਦੀ ਹੈ ਮਨ ਕਰਕੇ, ਗੁਰਬਾਣੀ ਦੇ ਪ੍ਰਤੀ, ਗੁਰੂ ਸਾਹਿਬ ਦੇ ਪ੍ਰਤੀ। ਮਨ ਵਿੱਚ ਸੱਚੀ ਪ੍ਰੀਤ ਗੁਰਬਾਣੀ ਦੇ ਪ੍ਰਤੀ ਹੋਣੀ ਚਾਹੀਦੀ ਹੈ। ਪਠਤ ਸੁਣਤ ਜਪ ਮਿੱਠੀ ਲਾਗੈ। ਜੇ ਤੁਸੀਂ ਪਿਆਰ ਨਾਲ ਭਿੱਜ ਕੇ ਗੁਰਬਾਣੀ ਪੜੋਗੇ, ਹੁਣ ਇੱਥੇ ਵੀ ਥੋੜਾ ਸਮਝ ਕੇ ਚੱਲਣਾ। ਮਨ ਜਦੋਂ ਅਸੀਂ ਪਾਠ ਕਰਨ ਲੱਗਦੇ ਹਾਂ, ਮਨ ਤੇ ਕਾਲਾ ਪੈਣ ਲੱਗ ਜਾਂਦਾ ਹੈ। ਅਜੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋਇਆ ਨਹੀਂ ਤੇ ਮਨ ਕਾਲਾ ਪੈ ਗਿਆ ਵੀ ਛੇਤੀ ਛੇਤੀ ਪਾਠ ਹੋ ਜਾਏ। ਅਜੇ ਸੁਖਮਨੀ ਸਾਹਿਬ ਦਾ ਪਾਠ ਪਹਿਲੀ ਅਸ਼ਟਪਦੀ ਚੱਲਦੀ ਹੁੰਦੀ ਹੈ, ਉਧਰੋਂ ਮਨ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਨਿਤਨੇਮ ਕਰਦੇ ਹਾਂ, ਬਾਣੀ ਦਾ ਜਾਪ ਕਰਦੇ ਹਾਂ, ਮਨ ਕਾਲਾ ਪੈਂਦਾ ਵੀ ਜਿੰਨਾ ਛੇਤੀ ਹੋਵੇ। ਸੋਦਰ ਰਹਿਰਾ ਸਾਹਿਬ ਦਾ ਪਾਠ ਕਰਨ ਲੱਗਿਆਂ ਵੀ ਮਨ ਕਾਲਾ ਪੈ ਜਾਂਦਾ ਹੈ। ਇਹਦਾ ਮਤਲਬ ਹਜੇ ਮਨ ਵਿੱਚ ਗੁਰਬਾਣੀ ਪ੍ਰਤੀ ਪ੍ਰੇਮ ਨਹੀਂ ਹੈ, ਹਜੇ ਨਹੀਂ ਪ੍ਰੇਮ ਬਣਿਆ। ਜਿਹੜਾ ਪ੍ਰੇਮ ਨਾਲ ਗੁਰਬਾਣੀ ਪੜਦਾ ਉਹਦਾ ਮਨ ਤੇ ਅੱਕਦਾ ਥੱਕਦਾ ਹੀ ਕੋਈ ਨਹੀਂ ਹੈ। ਉਹ ਤੇ ਕਹਿੰਦਾ ਹੋਰ ਬਾਣੀ ਪੜ, ਹੋਰ ਪੜ, ਹੋਰ ਪੜ। ਉਹ ਤੇ ਥੱਕਦਾ ਹੀ ਨਹੀਂ ਜਿਹਦੇ ਮਨ ਵਿੱਚ ਗੁਰਬਾਣੀ ਪ੍ਰਤੀ ਪ੍ਰੇਮ ਹੈ। ਹੁਣ ਜਿਨ੍ਹਾਂ ਦੇ ਅੰਦਰ ਮਨ ਵਿੱਚ ਗੁਰਬਾਣੀ ਪ੍ਰਤੀ ਪ੍ਰੇਮ ਸੀ, ਪੜਤ ਸੁਨਤ ਜਬ ਮੀਠੀ ਲਾਗੀ, ਤੇ ਪੜਦਿਆਂ ਸੁਣਦਿਆਂ ਜਦੋਂ ਗੁਰਬਾਣੀ ਮਿੱਠੀ ਲੱਗਣ ਲੱਗ ਪਈ। ਪਹਿਲੇ ਮਨ ਕਾਲਾ ਪੈਂਦਾ ਸੀ, ਹੁਣ ਜਪਜੀ ਸਾਹਿਬ ਦਾ ਪਾਠ ਕਰਦਿਆਂ ਰਸ ਬੜਾ ਬਣਦਾ ਹੈ, ਮਿਠਾਸ ਆਉਂਦੀ ਹੈ। ਕਹਿੰਦੇ ਜਦੋਂ ਬਾਣੀ ਪੜਦਿਆਂ ਸੁਣਦਿਆਂ ਮਿੱਠੀ ਲੱਗਣ ਲੱਗ ਜਾਵੇ, ਤਬ ਜਨ ਹੈ ਮਮ ਹੋਏ ਕਲਿਆਣ। ਜਿਸ ਦਿਨ ਤੁਹਾਨੂੰ ਸਾਨੂੰ ਇਹ ਲੱਗਣ ਲੱਗ ਜਾਏ ਕਿ ਮੈਨੂੰ ਬਾਣੀ ਬੜੀ ਮਿੱਠੀ ਲੱਗਦੀ ਹੈ, ਬੜੀ ਮਿੱਠੀ ਲੱਗਦੀ ਹੈ, ਸਮਝ ਲੈਣਾ ਉਸ ਦਿਨ ਤੁਹਾਡਾ ਕਲਿਆਣ, ਭਾਵ ਤੁਹਾਡਾ ਭਲਾ ਹੋ ਗਿਆ। ਉਸ ਦਿਨ ਤੁਹਾਡੀ ਜੀਵ ਆਤਮਾ ਦਾ ਭਲਾ ਹੋ ਗਿਆ। ਪਰ ਬਾਣੀ ਮਿੱਠੀ ਕਿਸੇ ਕਿਸੇ ਨੂੰ ਲੱਗਦੀ ਹੈ। ਬਾਣੀ ਜਦੋਂ ਮਿੱਠੀ ਲੱਗਦੀ ਹੈ ਤੇ ਫਿਰ ਇਹਦੀ ਮਿਠਾਸ ਕਿੰਨੀ ਕੁ ਹੁੰਦੀ ਹੈ? ਬਾਬਾ ਫਰੀਦ ਸਾਹਿਬ ਕਹਿੰਦੇ ਫਿਰ ਸਾਰੇ ਮਿੱਠੇ ਪਦਾਰਥ ਇੱਕ ਪਾਸੇ ਹੋ ਜਾਂਦੇ ਆ। ਬਾਬਾ ਫਰੀਦ ਸਾਹਿਬ ਨੂੰ ਸ਼ੱਕਰ ਗੰਜ ਕਹਿੰਦੇ ਆ, ਕਿਉਂਕਿ ਬਚਪਨ ਤੋਂ ਸ਼ੱਕਰ ਬੜੀ ਖਾਧੀ ਹੈ ਤੇ ਉਹ ਸ਼ੱਕਰ ਹੀ ਲੈ ਕੇ ਬਾਬਾ ਫਰੀਦ ਸਾਹਿਬ ਨੂੰ ਬੰਦਗੀ ਤੱਕ ਲੈ ਕੇ ਆਉਂਦੀ ਆ। ਇੱਕ ਦਿਨ ਬਾਬਾ ਫਰੀਦ ਸਾਹਿਬ ਨੂੰ ਕਿਹਾ ਵੀ ਸ਼ੱਕਰ ਖਾਓਗੇ? ਬਾਬਾ ਫਰੀਦ ਸਾਹਿਬ ਕਹਿੰਦੇ ਨਹੀਂ, ਅੱਜ ਮੈਂ ਸ਼ੱਕਰ ਨਾਲੋਂ ਵੀ ਵੱਧ ਮਿਠਾਸ ਜਿਹੜੀ ਮੈਨੂੰ ਮਿਲ ਗਈ, ਮੈਂ ਨਹੀਂ ਹੁਣ ਸ਼ੱਕਰ ਖਾਣੀ। ਪੁੱਛਿਆ ਵੀ ਕੀ ਮਿਲ ਗਿਆ ਜਿਹੜਾ ਸ਼ੱਕਰ ਤੋਂ ਵੀ ਵੱਧ ਮਿੱਠਾ ਲੱਗਣ ਲੱਗ ਗਿਆ? ਬਾਬਾ ਫਰੀਦ ਸਾਹਿਬ ਕਹਿੰਦੇ ਉਹ ਹੈ ਰੱਬ ਦਾ ਨਾਮ। ਤੇ ਸਾਨੂੰ ਵੀ ਤਾਂ ਮਹਾਰਾਜ ਕਹਿੰਦੇ ਆ ਮਿੱਠੇ ਹਰ ਗੁਣ ਗਾਓ, ਜਿੰਦੂ ਤੋਂ ਮਿੱਠੇ ਹਰ ਗੁਣ ਗਾਓ, ਪਰ ਸਾਨੂੰ ਬਾਣੀ ਮਿੱਠੀ ਲੱਗੇ ਤਾਂ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ, ਮਾਝਾ ਦੁੱਧ ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਪਰ ਇਹ ਸਾਰੀਆਂ ਦੀਆਂ ਸਾਰੀਆਂ ਫਿੱਕੀਆਂ ਪੈ ਜਾਂਦੀਆਂ ਨੇ ਜਿਹੜਾ ਪਰਮੇਸ਼ਵਰ ਦਾ ਨਾਮ ਮਿੱਠਾ ਹੈ। ਇੱਥੇ ਜਦੋਂ ਤੁਹਾਨੂੰ ਬਾਣੀ ਪੜ੍ਹਦਿਆਂ ਸੁਣਦਿਆਂ ਮਿੱਠੀ ਲੱਗਣ ਲੱਗ ਜਾਏ, ਤਬ ਜਾਣੈ, ਕਹਿਣ ਲੱਗੇ ਉਦੋਂ ਜਾਣਨਾ ਮਮ ਹੋਏ ਕਲਿਆਣ, ਮੇਰਾ ਭਲਾ ਹੋ ਗਿਆ, ਮੇਰੇ ਜੀਵ ਆਤਮਾ ਦਾ ਭਲਾ ਹੋ ਗਿਆ। ਜਿਸ ਦਿਨ ਬਾਣੀ ਪੜ੍ਹਦੇ ਸੁਣਦੇ ਮਿੱਠੀ ਲੱਗਣ ਲੱਗ ਜਾਵੇ। ਸੁਣ ਗੁਰ ਸ਼ਬਦ ਕਮਾਵਨ ਠਾਨੈ। ਜੋ ਗੁਰੂ ਦਾ ਸ਼ਬਦ ਸੁਣਦੇ ਹੋ ਇਹਨੂੰ ਕਮਾਓ, ਇਹ ਕਮਾਉਣ ਵਾਸਤੇ ਹੈ। ਤੇ ਜਿਹੜੇ ਸ਼ਬਦ ਗੁਰੂ ਦਾ ਲੈ ਕੇ ਉਹਨੂੰ ਕਮਾਉਂਦੇ ਨੇ, ਮਹਾਰਾਜ ਕਹਿੰਦੇ ਫਿਰ ਕਮਾਉਣ ਵਾਲਾ ਹੀ ਗੁਰੂ ਸਾਹਿਬ ਦੇ ਘਰ ਦਰ ਪ੍ਰਵਾਨ ਹੁੰਦਾ ਹੈ। ਤਿਮ ਗੁਰ ਕਹੀ ਸੁਣੀਦੈ ਕਾਣ। ਇਸ ਤਰ੍ਹਾਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਆਦਿਕ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਿੱਖ ਦੀ ਰਹਿਣੀ ਕੈਸੀ ਹੋਣੀ ਚਾਹੀਦੀ ਹੈ, ਉਹਦਾ ਜੀਵਨ ਕੈਸਾ ਹੋਣਾ ਚਾਹੀਦਾ ਹੈ, ਮਹਾਰਾਜ ਕਹਿੰਦੇ ਉਹਨੂੰ ਬਾਣੀ ਮਿੱਠੀ ਲੱਗਣੀ ਚਾਹੀਦੀ ਹੈ, ਔਰ ਗੁਰੂ ਸਾਹਿਬ ਦੀ ਸਿੱਖਿਆਵਾਂ ਤੇ ਅਮਲ ਕਰਨ ਵਾਲਾ ਹੋਵੇ, ਸੇਵਾ ਔਰ ਸਿਮਰਨ ਵਿੱਚ ਜੁੜਨ ਵਾਲਾ ਹੋਵੇ। ਜਦੋਂ ਸਾਰੀਆਂ ਗੱਲਾਂ ਮਹਾਰਾਜ ਨੇ ਕੀਤੀਆਂ, ਇਮ ਗੁਰ ਕਹੀ ਸੁਣੀਆਂ, ਸੁਣੀ ਦੈਕਾਨ, ਦੈਕਾਨ ਦਾ ਮਤਲਬ ਧਿਆਨ ਲਾ ਕੇ ਸਾਰਿਆਂ ਨੇ ਸੁਣਿਆ ਹੈ। ਗੁਰ ਸਿੱਖਿਆ ਸਿੱਖਣ ਸੁਖਦਾਨ। ਗੁਰੂ ਸਾਹਿਬ ਨੇ ਜੋ ਸਿੱਖਿਆ ਦਿੱਤੀ ਉਹ ਸਾਰੀਆਂ ਸਿੱਖਿਆਵਾਂ ਨੂੰ ਆਪਣੇ ਪੱਲੇ ਬੰਨ ਲਿਆ। ਇਹ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਵੀ ਸਿੱਖਿਆਵਾਂ ਬਹੁਤ ਨੇ ਗੁਰੂ ਸਾਹਿਬ ਦੀ ਬਾਣੀ 'ਚ, ਜੇ ਆਪਾਂ ਇੱਕ ਵੀ ਤੇ ਅਮਲ ਕਰ ਲਾਂਗੇ ਨਾ ਤੇ ਅੰਦਰੋਂ ਖਜ਼ਾਨੇ ਪ੍ਰਗਟ ਹੋ ਜਾਣਗੇ। ਕਿਉਂਕਿ ਸਭ ਕੁਝ ਘਰ ਮੈਂ ਬਾਹਰ ਨਹੀਂ, ਸਾਰਾ ਖਜ਼ਾਨਾ ਘਰ ਦੇ ਅੰਦਰ ਹੀ ਪਿਆ, ਪਰ ਅਸੀਂ ਉਹ ਖਜ਼ਾਨੇ ਬਾਹਰ ਟੋਲਦੇ ਹਾਂ, ਬਾਹਰ ਲੱਭਦੇ ਹਾਂ। ਮਹਾਰਾਜ ਕਹਿੰਦੇ ਬਾਹਰ ਟੋਲੇ ਸੋ ਭਰਮ ਭੁਲਾਈ, ਬਾਹਰ ਟੋਲੋਗੇ ਭਰਮ ਹੈ, ਭੁਲੇਖਾ ਹੈ, ਧੋਖਾ ਹੈ, ਪਰ ਉਹ ਅੰਦਰ ਖਜ਼ਾਨਾ ਕਿਵੇਂ ਪ੍ਰਗਟ ਹੋਏਗਾ? ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉਹ ਕਿਵੇਂ ਪ੍ਰਗਟ ਹੋਏਗਾ? ਸਾਹਿਬ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਸਿੱਖਿਆਵਾਂ ਬਹੁਤ ਨੇ, ਅਸੀਂ ਇੱਕ ਵੀ ਧਿਆਨ ਲਾ ਕੇ ਸੁਣ ਕੇ ਅਮਲ ਕਰ ਲਈਏ ਤੇ ਮਹਾਰਾਜ ਕਹਿੰਦੇ ਤੇਰੀ ਮਤ ਵਿੱਚ ਖਜ਼ਾਨੇ ਪ੍ਰਗਟ ਹੋ ਜਾਣਗੇ। ਇਸ ਲਈ ਗੁਰੂ ਸਾਹਿਬ ਨੇ ਸਿੱਖਿਆਵਾਂ ਦਿੱਤੀਆਂ ਔਰ ਆਖਿਆ ਮਹਾਰਾਜ ਤੁਸੀਂ ਸੁੱਖ ਦੇਣ ਵਾਸਤੇ ਜੋ ਸਿੱਖਿਆਵਾਂ ਦਿੱਤੀਆਂ, ਹੁਣ ਇੱਕ ਕਿਰਪਾ ਕਰੋ ਇਹਦੇ ਤੇ ਅਸੀਂ ਅਮਲ ਵੀ ਕਰ ਸਕੀਏ। ਹਰੀ ਹਿਰਦੇ ਮੈਂ ਜੇ ਵਡ ਭਾਗੀ। ਜੇ ਵੱਡ ਭਾਗੀ, ਜਿਹੜੇ ਵੱਡੇ ਭਾਗਾਂ ਵਾਲੇ ਸਨ, ਉਹਨਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣ ਕੇ ਧਰੀ ਹਿਰਦੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਸਤ ਨਾਮ ਜਪ ਬੇਲਿਵ ਲਾਗੀ। ਔਰ ਉਹ ਭਾਗਾਂ ਵਾਲੇ ਸੱਚੇ ਨਾਮ ਦੇ ਨਾਮ ਸਿਮਰਨ ਵਿੱਚ ਜੁੜ ਗਏ। ਤੇ ਜਦੋਂ ਉਹ ਨਾਮ ਸਿਮਰਨ ਵਿੱਚ ਜੁੜੇ, ਲਿਵ ਲੱਗੀ, ਉਹਨਾਂ ਦੀ ਲਿਵ ਲੱਗ ਗਈ। ਤੇ ਲਿਵ ਹੀ ਤੇ ਸੁਰਤ ਹੀ ਤੇ ਆਪਾਂ ਲਾਉਣੀ ਹੈ ਨਿਰੰਕਾਰ ਨਾਲ, ਕਿਉਂਕਿ ਜਨਮ ਹੋਇਆ ਸੀ ਸਭ ਤੋਂ ਵੱਡਾ ਘਾਟਾ ਕਿਹੜਾ ਪਿਆ। ਹੁਣ ਜਨਮ ਹੋਇਆ ਪਰਿਵਾਰ ਨੂੰ ਤੇ ਬੜੀਆਂ ਖੁਸ਼ੀਆਂ ਸੀ, ਜਿਹਦਾ ਜਨਮ ਹੋਇਆ ਉਹਨੂੰ ਪੁੱਛ ਕੇ ਵੇਖੋ ਤੂੰ ਕਿਉਂ ਰੋਣਾ, ਤੂੰ ਕਿਉਂ ਰੋਣਾ? ਉਹਨੂੰ ਪੁੱਛੋ, ਉਹ ਕਹੇਗਾ ਮੈਨੂੰ ਬੜਾ ਵੱਡਾ ਘਾਟਾ ਪੈ ਗਿਆ ਜ਼ਿੰਦਗੀ ਵਿੱਚ। ਕਿਉਂਕਿ ਜਿਹੜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਮਾਤਾ ਦੇ ਗਰਭ ਵਿੱਚ ਸਿਮਰਨ ਚੱਲਦਾ ਸੀ। ਜਨਮ ਲੈਂਦਿਆਂ ਸਾਰ ਲਿਵ ਛੁੜਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਧਿਆਨ ਨਿਰੰਕਾਰ ਵਾਲਿਆਂ ਪਾਸਿਓਂ ਹਟ ਕੇ ਸੰਸਾਰ ਵਾਲੇ ਪਾਸੇ ਲੱਗ ਗਿਆ। ਜਿਹੜੇ ਰੋਜ਼ਾਨਾ ਲੜੀਵਾਰ ਵਿਚਾਰ ਸੁਣਦੇ ਆ ਉਹਨਾਂ ਨੂੰ ਪਤਾ, ਇੱਕ ਦਿਨ ਜ਼ਿਕਰ ਕੀਤਾ, ਮਾਤਾ ਦੇ ਗਰਭ ਦੇ ਵਿੱਚ ਬੱਚੇ ਦੀਆਂ ਅੱਖਾਂ ਬੰਦ ਹੁੰਦੀਆਂ ਨੇ, ਸਿਮਰਨ ਚੱਲ ਰਿਹਾ ਹੁੰਦਾ, ਪਰ ਜਦੋਂ ਹੀ ਜਨਮ ਹੁੰਦਾ ਤੇ ਅੱਖਾਂ ਖੁੱਲ ਜਾਂਦੀਆਂ ਨੇ ਤੇ ਸਿਮਰਨ ਦੀ ਲੜੀ ਟੁੱਟ ਜਾਂਦੀ ਹੈ, ਲਿਵ ਛੁੜਕੀ। ਉਹ ਲਿਵ ਜਦੋਂ ਛੁੜਕੀ ਲੜੀ ਸਿਮਰਨ ਦੀ ਟੁੱਟ ਗਈ, ਅੱਖਾਂ ਖੁੱਲੀਆਂ ਤੇ ਸੰਸਾਰ ਦਿਸ ਪਿਆ। ਉਹ ਐਸਾ ਸੰਸਾਰ ਦਿਸਿਆ, ਨਿਰੰਕਾਰ ਚੇਤੇ ਹੀ ਨਹੀਂ ਆਇਆ। 50-50 ਸਾਲ ਦੀ ਉਮਰ ਹੋ ਗਈ, ਨਿਰੰਕਾਰ ਚੇਤੇ ਹੀ ਨਹੀਂ ਆਉਂਦਾ।
40 ਸਾਲ ਦੀ ਉਮਰ ਹੋ ਗਈ, ਨਿਰੰਕਾਰ ਚੇਤੇ ਕੋਈ ਨਹੀਂ ਆਉਂਦਾ, ਤੇ ਜੇ ਚੇਤੇ ਕਰਨ ਲੱਗਦੇ ਆ ਤੇ ਸੁਰਤ ਨਹੀਂ ਟੁੱਟਦੀ, ਧਿਆਨ ਹੋਰ ਪਾਸੇ ਨੂੰ ਜਾਂਦਾ ਬਦੋ ਬਦੀ, ਕਿਉਂਕਿ ਗੈਪ ਇੰਨਾ ਜ਼ਿਆਦਾ ਪੈ ਗਿਆ। ਜਨਮ ਤੋਂ ਲੈ ਕੇ 40 ਸਾਲ ਤੱਕ ਦਾ ਫਰਕ ਕੋਈ ਛੋਟਾ ਨਹੀਂ ਹੈ। ਇੱਥੇ ਤੇ ਇੱਕ ਪਲ ਵੀ ਤੁਸੀਂ ਜੇ ਨਾਮ ਨੂੰ ਸਿਮਰਨਾ ਛੱਡ ਦਿਓਗੇ, ਮਾਰੇ ਕਹਿੰਦੇ ਅੱਖਾਂ ਜੀਵਾਂ ਵਿਸਰੇ ਮਰ ਜਾਓ, ਵਿਸਰਦੀਆਂ ਹੀ ਆਤਮਕ ਮੌਤ ਹੈ। ਅਸੀਂ ਤੇ ਫਿਰ ਵੀ 50 ਸਾਲ ਦੇ ਹੋ ਗਏ, 30 ਸਾਲ 40 ਸਾਲਾਂ ਦੇ ਹੋ ਗਏ, ਫਿਰ ਸੁਰਤ ਕਿੱਦਾਂ ਜੁੜਨੀ ਸੀ? ਇਸ ਲਈ ਜਿਹੜੇ ਭਾਗਾਂ ਵਾਲੇ ਸਨ, ਜਿਨ੍ਹਾਂ ਨੇ ਆਪਣੇ ਭਾਗ ਜਗਾ ਲਏ ਗੁਰੂ ਸਾਹਿਬ ਦੇ ਦਰ ਤੇ ਆ ਕੇ, ਉਹਨਾਂ ਦੀ ਲਿਵ ਫਿਰ ਨਿਰੰਕਾਰ ਨਾਲ ਜੁੜ ਗਈ। ਤੇ ਜਦੋਂ ਲਿਵ ਜੁੜ ਗਈ ਨਿਰੰਕਾਰ ਦੇ ਨਾਲ, ਸੁਰਤ ਜੁੜ ਗਈ, ਫਿਰ ਉੱਥੇ ਕੀ ਹੈ? ਨਾਨਕ ਭਗਤਾਂ ਸਦਾ ਵਿਗਾਸ, ਉੱਥੇ ਵਿਗਾਸ, ਖੁਸ਼ੀ, ਖੇੜਾ, ਉੱਥੇ ਆਨੰਦ ਹੀ ਆਨੰਦ ਹੈ। ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਤੇ ਜਿਨ੍ਹਾਂ ਨੇ ਅਮਲ ਕੀਤਾ ਉਹ ਭਾਗਾਂ ਵਾਲੇ ਸਨ, ਤੇ ਉਹ ਸੱਚੇ ਨਾਮ ਦੇ ਨਾਲ ਜੁੜੇ, ਜਿਹੜੇ ਜੁੜੇ ਉਹਨਾਂ ਦੀ ਸੁਰਤ ਨਿਰੰਕਾਰ ਦੇ ਨਾਲ ਲੱਗੀ ਹੈ। ਘਟ ਘਟ ਵਿਆਪਕ ਸਤਿਗੁਰੂ ਜਿਮ ਆਕਾਸ਼ ਸਭ ਮਾਹੇ। ਕਵੀ ਜੀ ਕਹਿੰਦੇ ਆ ਵੀ ਸਤਿਗੁਰੂ ਸਭਨਾਂ ਦੇ ਹਿਰਦਿਆਂ ਵਿੱਚ ਵਰਤ ਰਿਹਾ। ਕਿਵੇਂ ਵਰਤ ਰਿਹਾ? ਕਹਿੰਦੇ ਜਿਸ ਤਰ੍ਹਾਂ ਆਕਾਸ਼ ਚਾਰੇ ਪਾਸੇ, ਹੁਣ ਆਕਾਸ਼ ਤਾਂ ਇੱਕੋ ਹੀ ਹੈ, ਆਸਮਾਨ, ਇਸ ਆਸਮਾਨ ਦੇ ਹੇਠਾਂ ਜਿਹੜੀ ਧਰਤੀ ਹੈ, ਅਸੀਂ ਧਰਤੀ ਨੂੰ ਵੰਡ ਕੇ ਟੁਕੜੇ ਕਰ ਦਿੱਤੇ, ਪਰ ਆਸਮਾਨ ਦੇ ਟੁਕੜੇ ਤੇ ਨਹੀਂ ਹੋ ਸਕਦੇ। ਜਿਹੜਾ ਆਸਮਾਨ ਸਾਨੂੰ ਦਿਸਦਾ ਉਹ ਇੱਕੋ ਹੀ ਹੈ। ਹੁਣ ਧਰਤੀ ਤੇ ਇੱਕ ਮੁਲਕ ਤੋਂ ਦੂਸਰੇ ਮੁਲਕ ਜਾਣਾ ਹੋਵੇ ਤੇ ਸਾਨੂੰ ਬਾਰਡਰ ਪਾਰ ਕਰਨਾ ਪਏਗਾ, ਔਰ ਉਹਦੇ ਲਈ ਵੀ ਸਾਨੂੰ ਇਜਾਜ਼ਤ ਲੈਣੀ ਪਏਗੀ, ਪਰਮਿਸ਼ਨ ਲੈਣੀ ਪਏਗੀ। ਪਰ ਆਸਮਾਨ ਤੇ ਅਮਰੀਕਾ 'ਚ ਵੀ ਹੋਈ ਹੈ, ਕੈਨੇਡਾ 'ਚ ਵੀ ਹੋਈ ਹੈ, ਭਾਰਤ ਵਿੱਚ ਵੀ ਹੋਈ ਹੈ, ਪਾਕਿਸਤਾਨ ਵਿੱਚ ਵੀ ਹੋਈ ਹੈ। ਉਹ ਚਾਰੇ ਪਾਸੇ ਇੱਕੋ ਹੀ ਆਸਮਾਨ ਹੈ। ਜੇ ਟੁਕੜੇ ਹੋਏ ਤਾਂ ਧਰਤੀ ਤੇ, ਕਿਉਂਕਿ ਸਾਡਾ ਜ਼ੋਰ ਇੱਥੇ ਚੱਲਦਾ, ਉੱਥੇ ਨਹੀਂ ਚੱਲਦਾ। ਇੱਥੇ ਕਹਿੰਦੇ ਸਤਿਗੁਰੂ ਜਿਹੜਾ ਗੁਰੂ ਨਾਲ ਭਾਵਨਾ ਨਾਲ ਜੁੜ ਗਿਆ, ਉਹ ਜਿੱਥੇ ਮਰਜੀ ਹੋਵੇ ਉਹ ਕਹਿ ਸਕਦਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ। ਆਕਾਸ਼ ਦੀ ਤਰ੍ਹਾਂ ਉਹ ਗੁਰੂ ਸਭਨਾਂ ਦੇ ਵਿੱਚ ਵਿਆਪਕ ਵਰਤਦਾ ਹੈ। ਸੋ ਜਾਣੈ ਇਸ ਪੇਵ ਕੋ ਕਿਰਪਾ ਦ੍ਰਿਸ਼ਟ ਹੈ ਜਾਹੇ। ਪਰ ਨਾਲ ਹੀ ਕਹਿ ਦਿੱਤਾ ਸੋ ਜਾਣੈ, ਸਾਰੇ ਨਹੀਂ ਜਾਣ ਸਕਦੇ। ਸੋ ਜਾਣੈ ਉਹ ਜਾਣੇਗਾ ਕਿਰਪਾ ਦ੍ਰਿਸ਼ਟ ਹੈ ਜਹ, ਜਿਹਦੇ ਉੱਤੇ ਉਸ ਮਾਲਕ ਦੀ ਕਿਰਪਾ ਭਰੀ ਦ੍ਰਿਸ਼ਟੀ ਹੈ, ਜਿਹਦੇ ਉੱਤੇ ਉਸ ਮਾਲਕ ਦੀ ਮਿਹਰ ਦੀ ਨਜ਼ਰ ਹੈ, ਉਹੀ ਜਾਣੇਗਾ ਸਤਿਗੁਰੂ ਨੂੰ। ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾ ਵੀ ਰਿਹਾ, ਅੱਜ ਵੀ ਕਈ ਮਨਾ ਰਿਹਾ। ਜੇ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਣਾ ਹੈ ਤਾਂ ਸਾਨੂੰ ਦੌਲਤਾਂ ਦਾਈ ਵਾਲੀ ਅੱਖ ਬਣਾਉਣੀ ਪੈਣੀ ਹੈ। ਜਿਹਨੇ ਸਮਝ ਲਿਆ ਵੀ ਇਸ ਧਰਤੀ ਤੇ ਕੌਣ ਪ੍ਰਗਟ ਹੋਇਆ, ਜੇ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਣਾ ਹੈ ਤੇ ਰਾਏ ਬੁਲਾਰ ਵਾਲੀ ਅੱਖ ਚਾਹੀਦੀ ਹੈ। ਜਿਹਨੂੰ ਸਮਝ ਆ ਗਈ ਕਿ ਇਸ ਧਰਤੀ ਦੇ ਉੱਤੇ ਨਿਰੰਕਾਰ ਖੁਦਾ ਦਾ ਨੂਰ ਪ੍ਰਗਟ ਹੋਇਆ, ਉਹਨੇ ਆਖਿਆ ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ, ਜਿਹੜਾ ਖੁਦਾ ਦਾ ਨੂਰ ਪ੍ਰਗਟ ਹੋਇਆ ਨਾ, ਜਿਹਦਾ ਨਾਮ ਨਾਨਕ ਰੱਖਿਆ, ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ ਵੀ ਨਾਨਕ ਦੇ ਨਾਮ ਤੇ ਹੋਏਗਾ। ਉਹਦੀ ਅੱਖ ਨੇ ਵੇਖ ਲਿਆ ਨਾ ਗੁਰੂ ਨਾਨਕ ਸਾਹਿਬ ਨੂੰ। ਬੇਬੇ ਨਾਨਕੀ ਦੀ ਅੱਖ ਚਾਹੀਦੀ ਹੈ ਗੁਰੂ ਨਾਨਕ ਜੀ ਨੂੰ ਸਮਝਣ ਵਾਸਤੇ। ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਲਈ ਸਾਨੂੰ ਉਹ ਅੱਖ ਚਾਹੀਦੀ ਹੈ, ਜਿਹਦੇ ਨਾਲ ਅਸੀਂ ਵੇਖ ਸਕੀਏ ਕਿ ਅਸੀਂ ਕਿਹਦੇ ਦਰ ਨਾਲ, ਕਿਹਦੇ ਚਰਨਾਂ ਵਿੱਚ ਜੁੜੇ ਹੋਏ ਹਾਂ। ਜਿੰਨਾ ਚਿਰ ਸਾਡੇ ਕੋਲ ਅੱਖ ਨਹੀਂ ਹੋਏਗੀ ਅਸੀਂ ਵੇਖ ਨਹੀਂ ਪਾਵਾਂਗੇ। ਇੱਥੇ ਸਤਿਗੁਰੂ ਮਹਾਰਾਜ ਜੀ ਦੇ ਪਰਥਾਏ ਕਹਿੰਦੇ ਆ ਕਿ ਸਤਿਗੁਰੂ ਆਕਾਸ਼ ਦੀ ਤਰ੍ਹਾਂ ਸਰਬ ਵਿਆਪਕ ਹੈ, ਪਰ ਉਹ ਜਾਣੇਗਾ ਜਿਹਦੇ ਉੱਤੇ ਉਹਦੀ ਕਿਰਪਾ ਦ੍ਰਿਸ਼ਟੀ ਹੋਏਗੀ, ਜਿਹਦੇ ਉੱਪਰ ਉਹਦੀ ਮਿਹਰ ਹੋਏਗੀ, ਉਹਦੀ ਨਜ਼ਰ। ਰਾਏ ਬੁਲਾਰ ਪਹਿਲਾਂ ਇਹੀ ਕਹਿੰਦਾ ਸੀ ਵੀ ਇਹ ਪਟਵਾਰੀ ਦਾ ਪੁੱਤਰ ਹੈ ਨਾਨਕ, ਕਿੰਨਾ ਚਿਰ ਤੇ ਇਹੀ ਕਹਿੰਦਾ ਰਿਹਾ ਵੀ ਇਹ ਪਟਵਾਰੀ ਦਾ ਪੁੱਤਰ। ਪਰ ਇੱਕ ਦਿਨ ਖੇਡ ਐਸੀ ਵਰਤੀ, ਉਹਦੇ ਰਸਨਾ ਤੋਂ ਨਿਕਲਿਆ ਵੀ ਨਹੀਂ, ਮੈਂ ਭੁੱਲ ਕਰ ਬੈਠਾ, ਇਹ ਪਟਵਾਰੀ ਦਾ ਪੁੱਤਰ ਨਾਨਕ ਨਹੀਂ, ਇਹ ਤੇ ਖੁਦਾ ਦਾ ਨੂਰ ਹੈ, ਇਹ ਰੱਬ ਦਾ ਨੂਰ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਅੱਖਰ ਹੀ ਦਿਸਦੇ ਆ, ਅੱਖਰ ਹੀ ਪੜ੍ਹਦੇ ਆ, ਪਰ ਅਰਦਾਸ ਵਿੱਚ ਤੇ ਕਹਿੰਦੇ ਆ 10 ਪਾਤਸ਼ਾਹੀਆਂ ਦੀ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੁਣ ਰੋਜ਼ ਕਹਿੰਦੇ ਆ 10 ਪਾਤਸ਼ਾਹੀਆਂ ਦੀ ਜੋਤ, ਪਰ ਅੱਖਰ ਤੋਂ ਸਿਵਾ ਦਿਸਦਾ ਕੁਛ ਨਹੀਂ ਪਿਆ। ਇਹਦਾ ਮਤਲਬ ਉਸ ਰੱਬੀ ਜੋਤ ਨੂੰ ਵੇਖਣ ਵਾਸਤੇ ਸਾਨੂੰ ਅੱਖ ਚਾਹੀਦੀ ਹੈ। ਉਹ ਕਦੋਂ ਉਹ ਅੱਖ ਹੋਏਗੀ? ਜਦੋਂ ਮਾਇਆ ਵੀ ਪਰਦਾ ਉੱਠੇਗਾ, ਜਦੋਂ ਤ੍ਰੈ ਗੁਣੀ ਪਰਦਾ ਉੱਠੇਗਾ, ਰਜਗੁਣ, ਤਮਗੁਣ, ਸਤਗੁਣ ਦਾ, ਫਿਰ ਸਾਨੂੰ ਇਹ ਜੋਤ ਦਿਸਣੀ ਆ। ਤੇ ਜਿੱਦਣ ਅਸੀਂ ਆਹ ਜੋਤ ਦੇਖ ਲਈ ਨਾ, ਉਦੋਂ ਅੰਦਰ ਦੀ ਦਿਸ ਪੈਣੀ ਆ। ਜਿੱਦਣ ਅੰਦਰ ਦੀ ਦਿਸੇ ਉਸ ਦਿਨ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਚਾਨਣ। ਹਜੇ ਤਾਂ ਦੂਜਿਆਂ ਤੋਂ ਛੱਡੋ, ਆਪਣੀ ਨਹੀਂ ਦਿਸਦੀ। ਆਪਣੀ ਆਤਮਿਕ ਜੋਤ ਨੂੰ ਵੇਖਣ ਲਈ ਪਹਿਲਾਂ ਰੱਬੀ ਜੋਤ ਤੱਕ ਪਹੁੰਚਣਾ ਪੈਣਾ। ਇਹ ਗੁਰਬਾਣੀ ਇਸੇ ਲਈ ਮਹਾਰਾਜ ਨੇ ਸਾਨੂੰ ਦਿੱਤੀ ਹੈ। ਇੱਥੇ ਕਵੀ ਜੀ ਕਹਿ ਰਹੇ ਨੇ, ਕਹਿੰਦੇ ਸੋ ਜਾਣੈ ਉਹ ਜਾਣੇਗਾ ਸਤਿਗੁਰੂ ਬਾਰੇ, ਇਹ ਭੇਦ ਉਹ ਜਾਣੇਗਾ ਕਿਰਪਾ ਦ੍ਰਿਸ਼ਟ ਹੈ ਜਹ, ਜਿਹਦੇ ਉੱਤੇ ਉਸ ਮਾਲਕ ਦੀ ਰਹਿਮਤ ਭਰੀ ਨਜ਼ਰ ਹੁੰਦੀ ਹੈ। ਇੱਕ ਦਿਨ ਦੇਖ ਸਤਲ ਗੁਰ ਗਏ। ਇੱਕ ਦਿਨ ਰੋਜ਼ਾਨਾ ਸਤਿਗੁਰੂ ਮਹਾਰਾਜ ਜੀ ਜਾਂਦੇ ਨੇ, ਦਰਬਾਰ ਸਜਦਾ, ਕੀਰਤਨ ਹੁੰਦਾ ਹੈ, ਸਮਾਪਤੀ ਹੁੰਦੀ ਹੈ, ਰੋਜ਼ ਗੁਰੂ ਸਾਹਿਬ ਜੀ ਲੰਗਰ ਵਿੱਚ ਜਾ ਕੇ ਬੈਠ ਕੇ ਪ੍ਰਸ਼ਾਦ ਛਕਦੇ ਆ। ਇੱਕ ਦਿਨ ਆਪਣੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਚੱਲ ਕੇ ਲੰਗਰ ਹਾਲ ਵਿੱਚ ਗਏ ਹਨ। ਸਿੱਖ ਸਰਬ ਹੀ ਸੰਗੀ ਪਏ, ਔਰ ਸਾਰੀਆਂ ਸਿੱਖ ਸੰਗਤਾਂ ਉਸ ਵੇਲੇ ਨਾਲ ਨੇ। ਲੰਗਰ ਦੇ ਹਾਲ ਵਿੱਚ ਜਿੱਥੇ ਥਾਂ ਬਣਿਆ ਲੰਗਰ ਦਾ, ਉੱਥੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਗੁਰੂ ਪਾਤਸ਼ਾਹ ਨਾਲ ਸਾਰੀਆਂ ਸਿੱਖ ਸੰਗਤਾਂ ਵੀ ਹਨ। ਲਵਣ ਬਹੀਨ ਓਗਰਾ ਕਾਇਬ। ਹੁਣ ਸੰਗਤ ਲਈ ਲੰਗਰ ਪ੍ਰਸ਼ਾਦ ਤਿਆਰ ਹੋਇਆ, ਦਾਲ ਸਬਜ਼ੀ ਖੀਰ ਆਦਿਕ ਤਿਆਰ ਹੋਇਆ। ਤੇ ਗੁਰੂ ਅਮਰਦਾਸ ਜੀ ਕੀ ਛਕਦੇ ਨੇ? ਦਲੀਆ, ਉਹ ਵੀ ਲੂਣ ਤੋਂ ਬਿਨਾ ਲੂਣ ਤੋਂ ਛਕਦੇ ਆ। ਸਤਿਗੁਰੂ ਮਹਾਰਾਜ ਜੀ ਆਏ ਨੇ ਤੇ ਲਵਣ ਬਹੀਨ, ਲਵਣ ਨੇ ਲੂਣ ਨਮਕ, ਉਹਦੇ ਤੋਂ ਬਹੀਨ ਬਿਨਾ ਓਗਰਾ ਦਲੀਆ ਗੁਰੂ ਸਾਹਿਬ ਨੇ ਛਕਿਆ ਹੈ। ਪਾਣੀ ਪਾਣ ਕੀ ਤ੍ਰਿਪਤਾਇਬ। ਔਰ ਛਕਣ ਤੋਂ ਬਾਅਦ ਮਹਾਰਾਜ ਨੇ ਜਲ ਛਕ ਕੇ ਤ੍ਰਿਪਤ ਹੋਣਾ ਕੀਤਾ। ਤੇ ਆਦਿਕ ਸ਼ੁਭ ਹੋਤ ਆਹਾਰਾ। ਇਸ ਤਰ੍ਹਾਂ ਸਾਰੀ ਸੰਗਤ ਅੱਗੇ ਲੰਗਰ ਪ੍ਰਸ਼ਾਦ ਜਿਹੜਾ ਸੀ ਵਰਤਾਇਆ ਗਿਆ। ਹੁਣ ਗੁਰੂ ਮਹਾਰਾਜ ਨੇ ਕੇਵਲ ਦਲੀਆ ਛਕਿਆ, ਉਹ ਵੀ ਨਮਕ ਲੂਣ ਤੋਂ ਬਗੈਰ। ਔਰ ਸੰਗਤਾਂ ਜਿਹੜੀਆਂ ਨੇ ਉਹਨਾਂ ਵਾਸਤੇ ਦਾਲ ਸਬਜ਼ੀ ਖੀਰ ਆਦਿਕ ਤਿਆਰ ਹੋਇਆ, ਤੇ ਸਾਰੀਆਂ ਸੰਗਤਾਂ ਪਿਆਰ ਨਾਲ ਛਕ ਰਹੀਆਂ ਹਨ। ਪਿਕ ਕਰ ਬੁੱਢੇ ਬਾਗ ਉਚਾਰਾ। ਅੱਜ ਬਾਬਾ ਬੁੱਢਾ ਸਾਹਿਬ ਜੀ ਨੇ ਪਿੱਖ ਦਾ ਮਤਲਬ ਹੁੰਦਾ ਦੇਖਣਾ, ਦੇਖ ਕੇ ਇੱਕ ਸੰਗਤ ਵੱਲ ਵੇਖਿਆ, ਇੱਕ ਗੁਰੂ ਅਮਰਦਾਸ ਪਾਤਸ਼ਾਹ ਵੱਲ ਵੇਖਿਆ, ਵੀ ਜਿਹਦੇ ਸਦਕੇ ਅਸੀਂ ਖਾ ਰਹੇ ਹਾਂ, ਅਸੀਂ ਤੇ ਸਵਾਦਲੇ ਭੋਜਨ ਖਾ ਰਹੇ ਹਾਂ, ਤੇ ਗੁਰੂ ਸਾਹਿਬ ਜੀ ਲੂਣ ਤੋਂ ਬਿਨਾਂ ਇਹ ਦਲੀਆਂ ਛਕ ਰਹੇ ਆ। ਬਾਬਾ ਬੁੱਢਾ ਜੀ ਦੇ ਮਨ ਵਿੱਚ ਆਇਆ, ਖਿਆਲ ਆਇਆ, ਔਰ ਉਸੇ ਵੇਲੇ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ, ਸ੍ਰੀ ਸਤਿਗੁਰੂ ਜੀ ਪਰਮ ਕਿਰਪਾਲ। हे ਪਰਮ ਕਿਰਪਾਲੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹੋ। ਬਹੁਤ ਆਹਾਰ ਅਨੇਕ ਰਸਾਲ। ਮਹਾਰਾਜ ਜੀ ਆ ਦੇਖੋ ਸੰਗਤ ਵਾਸਤੇ ਰਸਾਲ ਕਿੰਨੇ ਸਵਾਦਲੇ ਰਸ ਨਾਲ ਭਰੇ ਲੰਗਰ ਜਿਹੜਾ ਉਹ ਸੰਗਤ ਲਈ ਤਿਆਰ ਹੋਇਆ ਹੈ। ਸੋ ਸਭ ਸੰਗਤ ਅਜੈ ਸੋਚੀ ਨਾ। ਔਰ ਸੰਗਤ ਵੇਖੋ ਬੜੇ ਪਿਆਰ ਦੇ ਨਾਲ ਭਿੱਜ ਕੇ ਲੰਗਰ ਪ੍ਰਸ਼ਾਦ ਛਕ ਰਹੀ ਹੈ। ਆਪ ਓਗਰਾ ਲਵਣ ਬਹੀਨਾ। ਪਰ ਤੁਸੀਂ ਜਿਹੜਾ ਦਲੀਆਂ ਛਕਿਆ ਉਹ ਲੂਣ ਤੋਂ ਬਗੈਰ ਛਕਿਆ, ਤੇ ਸੰਗਤ ਜਿਹੜੀ ਆ ਉਹ ਲੰਗਰ ਜਿਹੜੀ ਹੈ ਉਹ ਪ੍ਰਸ਼ਾਦ ਛਕ ਰਹੀ ਹੈ। ਇਹ ਸਿੱਖਣ ਕੇ ਉਚਿਤ ਨਾ ਕੋਈ। ਮੇਰੇ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਸੰਗਤਾਂ ਨੂੰ ਇਹ ਜਿਹੜੇ ਸਵਾਦਲਾ ਭੋਜਨ ਨਹੀਂ ਛਕਣਾ ਚਾਹੀਦਾ, ਜਦ ਕਿ ਗੁਰੂ ਸਾਹਿਬ ਸਾਧਾਰਨ ਸਾਦਾ ਭੋਜਨ ਛਕ ਰਹੇ ਆ ਤੇ ਸੰਗਤਾਂ ਸਵਾਦਲੀਆਂ। ਹਰ ਵਾਰੀ ਬੇਨਤੀ ਕਰੀਦੀ ਹੈ, ਮੰਨਣਾ ਨਾ ਮੰਨਣਾ ਉਹ ਤੁਹਾਡੀ ਗੱਲ ਹੈ, ਪਰ ਬੇਨਤੀ ਕਰਨਾ, ਹੋਕਾ ਦੇਣਾ ਸਾਡਾ ਕੰਮ ਹੈ। ਲੰਗਰ ਸਧਾਰਨ ਹੀ ਰਵੇ ਤੇ ਉਹਦੇ ਚੋਂ ਸਾਨੂੰ ਰਸ ਆਏਗਾ, ਕਿਉਂਕਿ ਅੱਜ ਅਸੀਂ ਲੰਗਰ ਦਾ ਸਿਸਟਮ ਵੀ ਬਦਲਦੇ ਜਾ ਰਹੇ ਹਾਂ। ਤਰ੍ਹਾਂ ਦੇ ਪਕਵਾਨ, ਤਰ੍ਹਾਂ ਦੇ ਸਟਾਲ, ਨਾਮ ਉਹਦਾ ਲੰਗਰ ਹੈ। ਹੁਣ ਤੇ ਹੱਦ ਹੋ ਗਈ ਹੈ, ਜਿੰਨਾ ਪੁਰਬ ਹੋਏਗਾ ਉਨਾ ਹੀ ਵੱਡਾ ਕੇਕ ਹੋਏਗਾ।
ਇਹ ਕੇਕ ਗੁਰੂ ਘਰਾਂ ਵਿੱਚ ਕਿੱਥੋਂ ਆਉਣੇ ਸ਼ੁਰੂ ਹੋ ਗਏ? ਅਸੀਂ ਕਿਹੜੇ ਪਾਸੇ ਤੁਰ ਪਏ ਹਾਂ? ਸਾਡੀ ਨੌਜਵਾਨ ਪੀੜ੍ਹੀ ਠੀਕ ਹੈ, ਤੁਹਾਡੇ ਅੰਦਰ ਚਾਉ ਹੈ, ਸ਼ੌਂਕ ਹੈ, ਤੁਹਾਡੇ ਅੰਦਰ ਭਾਵਨਾ ਹੈ, ਠੀਕ ਹੈ, ਤੁਹਾਡੀ ਕੋਈ ਭਾਵਨਾ ਨੂੰ ਸੱਟ ਨਹੀਂ, ਤੁਹਾਡੇ ਅੰਦਰ ਦੇ ਚਾਉ ਨੂੰ ਸਲਾਮ ਹੈ, ਪਰ ਆ ਜਿਹੜਾ ਕੇਕ ਗੁਰੂ ਘਰ ਵਿੱਚ ਲਿਆਉਣਾ ਸ਼ੁਰੂ ਕਰਤਾ, ਇਹ ਕੰਮ ਖਰਾਬ ਹੈ। ਅਸੀਂ ਤਾਂ ਸਧਾਰਨ ਭੋਜਨ ਛਕਣਾ ਸੀ, ਦਾਲ ਫੁਲਕਾ, ਤੇ ਅਸੀਂ ਕਿਹੜੇ ਪਾਸੇ ਤੁਰ ਪਏ? ਅਸਲ ਵਿੱਚ ਅਸੀਂ ਆਪਣੇ ਜੀਵ ਦਾ ਸਵਾਦ ਲੈ ਕੇ ਤੁਰ ਪਏ, ਗੁਰੂ ਦਾ ਲੰਗਰ ਲੈ ਕੇ ਥੋੜੀ ਤੁਰੇ ਹਾਂ। ਅਸੀਂ ਤੇ ਆਪਣੇ ਜੀਵ ਦਾ ਸਵਾਦ ਲੈ ਕੇ ਤੁਰ ਪਏ ਹਾਂ। ਸਤਿਗੁਰੂ ਪਾਤਸ਼ਾਹ ਜੀ ਮਿਹਰ ਕਰਨ, ਇਹਨੂੰ ਇੱਥੇ ਹੀ ਆਪਾਂ ਸੰਕੋਚ ਲਾਂਗੇ, ਆਉਣ ਵਾਲਾ ਸਮਾਂ ਠੀਕ ਰਹੇਗਾ। ਜੇ ਹੁਣੇ ਹੀ ਆਪਾਂ ਆ ਚੀਜ਼ਾਂ ਵਧਾਉਂਦੇ ਗਏ ਤੇ ਫਿਰ ਦਾਲ ਫੁਲਕਾ ਕਿਹਨੇ ਛਕਣਾ? ਫਿਰ ਉਹ ਗੁਰੂ ਘਰ ਦਾ ਲੰਗਰ ਕਿਹਨੂੰ ਸਵਾਦ ਲੱਗਣਾ? ਫਿਰ ਤੇ ਪਕਵਾਨ ਹੀ ਸਵਾਦ ਲੱਗਣੇ ਆ। ਇਸ ਲਈ ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਜੇ ਗੱਲ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ। ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਇੱਥੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਤੁਸੀਂ ਲੂਣ ਤੋਂ ਬਿਨਾਂ ਦਲੀਆਂ ਛਕਿਆ, ਸੰਗਤ ਦਾਲ ਸਬਜ਼ੀ ਖੀਰ ਆਦਿਕ ਸਭ ਕੁਝ ਛਕ ਰਹੀ ਹੈ। ਜੇ ਗੁਰੂ ਸਾਧਾਰਨ ਸਾਦਾ ਜਿਹਾ ਭੋਜਨ ਛਕਦਾ ਹੈ ਤੇ ਸੰਗਤ ਨੂੰ ਵੀ ਸਾਦਾ ਭੋਜਨ ਛਕਣਾ ਚਾਹੀਦਾ ਹੈ। ਤੁਮ ਬਿਨ ਅਜਹਿ ਸਵਾਦ ਰਸ ਕੋਈ। ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਕਾਹਦਾ ਸਵਾਦ ਹੈ? ਤੁਹਾਡੇ ਤੋਂ ਬਿਨਾਂ ਕਾਹਦਾ ਰਸ ਹੈ? ਇਸ ਲਈ ਮਹਾਰਾਜ ਜੀ ਮੇਰੇ ਮਨ ਦੀ ਇਹ ਭਾਵਨਾ, ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹਨ, ਜਦ ਤੁਮ ਅਜੋ ਚਾਹ ਕਰ ਜਿਤ ਮੈਂ। ਜਸ ਤੁਮ ਅਚੋ ਮੈਨੇ ਛਕਣਾ, ਜਿੱਦਾਂ ਦਾ ਤੁਸੀਂ ਛਕਦੇ ਹੋ ਸਾਨੂੰ ਵੀ ਸਾਰਿਆਂ ਨੂੰ ਉਦਾਂ ਦਾ ਹੀ ਛਕਣਾ ਚਾਹੀਦਾ ਹੈ। ਸੋ ਸਿਖ ਅਜਹਿ ਰੀਤ ਰਹਿਤ ਮੈਂ। ਸਾਰੇ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੂੰ ਉਹ ਕੁਝ ਛਕਣਾ ਚਾਹੀਦਾ ਜੋ ਗੁਰੂ ਸਾਹਿਬ ਛਕਦੇ ਹਨ। ਤੁਮਰੇ ਬਿਨਾ ਖਾਏ ਨ ਟਿਕੇ। ਤੁਹਾਡੇ ਤੋਂ ਬਗੈਰ ਇਹ ਸਾਨੂੰ ਖਾਣਾ ਜਿਹੜਾ ਇਹ ਚੰਗਾ ਨਾ ਲੱਗੇ, ਨਹੀਂ ਲੱਗਣਾ ਚਾਹੀਦਾ। ਏਵ ਮਨੋਰਥ ਹੈ ਮਮ ਹੀ ਕੇ। ਇਹ ਮੇਰੇ ਮਨ ਦਾ ਮਨੋਰਥ ਹੈ, ਇਹ ਮੇਰੇ ਮਨ ਦੀ ਭਾਵਨਾ ਹੈ। ਜੋ ਭਾਵਨਾ ਸੀ ਮੈਂ ਸੱਚੇ ਪਾਤਸ਼ਾਹ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਬਹੁ ਦਿਨ ਕੋ ਮੈਂ ਚਾਹਤ ਰਹਿਓ। ਖਿਆਲ ਤਾਂ ਬੜੇ ਦਿਨਾਂ ਤੋਂ ਸੀ ਮਨ ਵਿੱਚ ਵੀ ਗੁਰੂ ਸਾਹਿਬ ਨੂੰ ਕਹਿਣਾ, ਪਰ ਅੱਜ ਮੌਕਾ ਮਿਲ ਗਿਆ, ਸੰਗਤ ਵੀ ਬੈਠੀ ਹੈ, ਤੁਸੀਂ ਵੀ ਬੈਠੇ ਹੋ ਲੰਗਰ 'ਚ, ਤੁਸੀਂ ਵੀ ਜਿਹੜਾ ਉਹ ਦਲੀਆਂ ਛਕਿਆ, ਸੰਗਤ ਲੰਗਰ ਛਕ ਰਹੀ ਹੈ। ਅੱਜ ਫਿਰ ਮੈਂ ਆਪ ਜੀ ਅੱਗੇ ਬੇਨਤੀ ਕਰ ਦਿੱਤੀ ਹੈ। ਆਜ ਸੁਨਾਇਓ ਅਵਸਰ ਲਹਿਓ। ਅਫਸਰ ਮੈਨੇ ਵੀ ਅੱਜ ਮੈਂ ਮੌਕਾ ਵੇਖ ਕੇ ਤੁਹਾਨੂੰ ਇਹ ਬੇਨਤੀ ਕੀਤੀ ਹੈ। ਸੁਨ ਪ੍ਰਸ਼ਨ ਬੁੱਢੇ ਪਰ ਪਏ। ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਤੋਂ ਇਹ ਬਚਨ ਸੁਣੇ ਤਾਂ ਪ੍ਰਸੰਨ ਮੈਨੇ ਗੁਰੂ ਸਾਹਿਬ ਮੁਸਕਰਾਏ। ਭਾਵਨਾ ਵੇਖ ਕੇ ਵੀ ਕਿੰਨੀ ਅੰਦਰ ਭਾਵਨਾ ਗੁਰੂ ਪ੍ਰਤੀ ਹੈ, ਅੰਦਰ ਦੀ ਭਾਵਨਾ ਜਿਹੜੀ ਆ ਉਹ ਵੇਖ ਕੇ ਇੱਕ ਹੋਰ ਬੇਨਤੀ ਕਰਾਂ ਮਨ ਵਿੱਚ ਵਿਚਾਰ ਆਉਂਦੀ ਹੈ ਕਿ ਜਿਹੜੇ ਮਾਂ-ਬਾਪ ਸਾਨੂੰ ਜਨਮ ਦਿੰਦੇ ਆ, ਜਿਹੜੇ ਮਾਂ-ਬਾਪ ਆਪ ਭੁੱਖੇ ਰਹਿ ਕੇ ਸਾਨੂੰ ਸਾਡਾ ਪੇਟ ਭਰਦੇ ਆ, ਜਿਹੜੇ ਮਾਂ-ਬਾਪ ਆਪ ਸਾਦੇ ਜਾਏ ਬਸਤਰ ਪਾ ਕੇ ਵਧੀਆ ਤੋਂ ਵਧੀਆ ਬਸਤਰ ਬੱਚਿਆਂ ਨੂੰ ਪਵਾਉਂਦੇ ਆ, ਆਪ ਭਾਵੇਂ ਜੁੱਤੀ ਕਸੀ ਹੋਵੇ ਪਰ ਬੱਚੇ ਨੂੰ ਜੁੱਤੀ ਨਵੀਂ ਲੈ ਕੇ ਦਿੰਦੇ ਆ, ਆਪ ਭਾਵੇਂ ਉਹ ਦੋਵੇਂ ਜਾਣੇ ਮਾਂ-ਬਾਪ ਬੈਠ ਕੇ ਸੁੱਕਾ ਮੇਸਾ ਜੋ ਹੈ ਖਾ ਲੈਣ ਪਰ ਬੱਚਿਆਂ ਨੂੰ ਕਮੀ ਕੋਈ ਨਹੀਂ ਛੱਡਦੇ। ਇੱਕ ਦਿਨ ਬੱਚੇ ਕਮਾਉਣ ਲੱਗ ਜਾਣ, ਜਦੋਂ ਕਮਾਉਣ ਲੱਗ ਜਾਣ ਤੇ ਵਧੀਆ ਆਪਣੇ ਲਈ ਵਧੀਆ ਖਾਣ ਤੇ ਮਾਂ-ਬਾਪ ਨੂੰ ਪੁੱਛਣ ਨਾ, ਇਹ ਵੀ ਸਾਡੇ ਵਾਸਤੇ ਇੱਕ ਦੁਖਾਂਤ ਦੀ ਗੱਲ ਹੈ। ਜਿਨ੍ਹਾਂ ਸਾਨੂੰ ਖਾਣਾ ਸਿਖਾਇਆ, ਜਿਨ੍ਹਾਂ ਸਾਨੂੰ ਬੋਲਣਾ ਸਿਖਾਇਆ, ਜਿਨ੍ਹਾਂ ਨੇ ਆਪਣੀ ਭੁੱਖ ਨੀਂਦ ਨਾ ਵੇਖਦਿਆਂ ਸਾਨੂੰ ਚੰਗੀ ਨੀਂਦ, ਸਾਨੂੰ ਚੰਗਾ ਭੋਜਨ ਖਵਾਇਆ, ਅੱਜ ਅਸੀਂ ਵਧੀਆ ਖਾਣ ਲੱਗ ਪਏ ਹਾਂ ਤੇ ਮਾਂ-ਬਾਪ ਦਾ ਖਿਆਲ ਹੀ ਕੋਈ ਨਹੀਂ। ਕਈਆਂ ਦੇ ਘਰਾਂ ਦੇ ਵਿੱਚ ਪਦਾਰਥ ਨਹੀਂ ਮੁੱਕਦੇ। ਧਿਆਨ ਰੱਖਿਓ, ਕਈਆਂ ਦੇ ਘਰਾਂ ਦੀ ਹਾਲਤ ਇਦਾਂ ਦੀ ਹੈ ਕਿ ਘਰ ਵਿੱਚ ਰੱਖਿਆ ਹੋਇਆ ਕੁੱਤਾ ਵੀ ਵਧੀਆ ਰੋਟੀ ਖਾਂਦਾ ਹੈ, ਪਰ ਘਰ ਦੇ ਵਿੱਚ ਬਜ਼ੁਰਗ ਬਿਰਧ ਆਸ਼ਰਮ ਵਿੱਚ ਬੈਠਾ ਹੋਇਆ ਹੈ। ਜਿਹਦੀ ਘਰ ਵਿੱਚ ਰੱਖ ਕੇ ਸੇਵਾ ਕਰਨੀ ਸੀ ਉਹਨੂੰ ਬਿਰਧ ਆਸ਼ਰਮ ਛੱਡ ਆਇਆ ਤੇ ਘਰੋਂ ਬਾਹਰੋਂ ਬਾਜ਼ਾਰੋਂ ਖਰੀਦ ਕੇ ਜਾਨਵਰ ਤੇ ਉਹਨੂੰ ਘਰ ਲਿਆ ਕੇ ਰੱਖਿਆ ਹੋਇਆ ਹੈ। ਅਸੀਂ ਭੁੱਲ ਗਏ ਸਾਨੂੰ ਜਨਮ ਕਿਹਨੇ ਦਿੱਤਾ, ਪਾਲਿਆ ਕਿਹਨੇ, ਵੱਡਾ ਕਿਹਨੇ ਕੀਤਾ, ਇਸ ਯੋਗ ਕਿਹਨੇ ਬਣਾਇਆ ਸਾਨੂੰ। ਉਹ ਮਾਪਿਆਂ ਪ੍ਰਤੀ ਪਿਆਰ ਮੁੱਕ ਗਿਆ ਸਾਡੇ ਅੰਦਰ, ਪਰ ਉਹ ਤਾਂ ਬਿਰਧ ਆਸ਼ਰਮ ਬੈਠੇ ਵੀ ਬੱਚਿਆਂ ਦਾ ਸੁੱਖ ਮੰਗੀ ਜਾਂਦੇ ਆ। ਮਾਂ ਉੱਥੇ ਬੈਠੀ ਵੀ ਰੋਟੀ ਖਾਣ ਲੱਗਿਆ ਕਹਿੰਦੀ ਪਤਾ ਨਹੀਂ ਮੇਰੇ ਪੁੱਤ ਨੇ ਖਾਧੀ ਹੋਣੀ ਕਿ ਨਹੀਂ, ਮੇਰੇ ਬੱਚਿਆਂ ਨੇ ਵਧੀਆ ਭੋਜਨ, ਆਪ ਉੱਥੇ ਬੈਠੀ ਆ, ਉੱਥੇ ਬੈਠੀ ਵੀ ਬੁਰਕੀ ਤੋੜਨ ਲੱਗੀਆਂ ਧਿਆਨ ਬੱਚਿਆਂ ਦਾ, ਤੇ ਬੱਚੇ ਇੰਨਾ ਕੁਝ ਖਾ ਕੇ ਧਿਆਨ ਮਾਂ ਦਾ ਆਉਂਦਾ ਹੀ ਨਹੀਂ। ਸਤਿਗੁਰੂ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਜੀ ਧੰਨ ਹੋ ਤੁਸੀਂ, ਤੁਹਾਡੇ ਅੰਦਰ ਇਹ ਭਾਵਨਾ ਪ੍ਰਗਟ ਹੋਈ ਕਿ ਸੰਗਤਾਂ ਲੰਗਰ ਛਕਦੀਆਂ, ਤੁਸੀਂ ਲੂਣ ਤੋਂ ਬਗੈਰ ਦਲੀਆ ਛਕਦੇ ਹੋ। ਸਤਿਗੁਰੂ ਜੀ ਭਾਵਨਾ ਵੇਖ ਕੇ ਨਾਲੇ ਪ੍ਰਸੰਨ ਹੋਏ। ਇਸ ਪ੍ਰਕਾਰ ਕੋ ਉੱਤਰ ਦੇ। ਪਰ ਸਤਿਗੁਰੂ ਜੀ ਨੇ ਇੱਥੇ ਇੱਕ ਭੇਦ ਖੋਲਿਆ, ਬਾਬਾ ਬੁੱਢਾ ਸਾਹਿਬ ਨੂੰ ਜਵਾਬ ਦਿੰਦੇ ਹਨ। ਗੁਰਮੁਖ ਸੰਗਤ ਅਰਮਮ ਮਾਹੀ। ਕਹਿੰਦੇ ਬਾਬਾ ਬੁੱਢਾ ਜੀ ਸੰਗਤ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਇਹ ਵੀ ਧਿਆਨ ਰੱਖਿਓ, ਇਹ ਵੀ ਸੱਚ ਹੈ। ਜੇ ਪੁੱਤਰ ਨੇ ਰੱਜ ਕੇ ਖਾ ਲਿਆ ਤੇ ਮਾਂ ਕਹਿੰਦੀ ਮੈਂ ਰੱਜ ਗਈ ਹਾਂ, ਹਾਲਾਂਕਿ ਮਾਂ ਨੇ ਖਾਦਾ ਨਹੀਂ, ਪਰ ਉਹ ਬੱਚਿਆਂ ਨੂੰ ਵੇਖ ਕੇ ਕਹਿੰਦੀ ਮੈਂ ਰੱਜ ਗਈ ਹਾਂ, ਕਿਉਂਕਿ ਮਾਂ ਦਾ ਪਿਆਰ ਹੈ, ਉਹ ਬੱਚਿਆਂ ਨੂੰ ਰੱਜ ਕੇ ਖਾਂਦਾ ਵੇਖ ਕੇ ਹੀ ਰੱਜ ਜਾਂਦੀ ਹੈ। ਗੁਰੂ ਸਾਹਿਬ ਕੀ ਨੇ? ਗੁਰਦੇਵ ਮਾਤਾ, ਗੁਰਦੇਵ ਪਿਤਾ, ਤੇ ਆਪਾਂ ਕੀ ਆ? ਆਪਾਂ ਸਾਰੇ ਗੁਰਦੇਵ ਮਾਤਾ ਗੁਰਦੇਵ ਪਿਤਾ ਦੇ ਬੱਚੇ ਹੀ ਆ। ਸਾਹਿਬ ਜੀ ਕਹਿੰਦੇ ਮੇਰੇ ਵਿੱਚ ਤੇ ਮੇਰੇ ਸਿੱਖ ਸੰਗਤਾਂ ਵਿੱਚ ਕੋਈ ਫਰਕ ਨਹੀਂ ਹੈ। ਭੇਦ ਦੁਹੀਨ ਮੈਂ ਜਾਣੋ ਨਹੀਂ। ਮੈਂ ਦੋਵਾਂ ਵਿੱਚ ਕੋਈ ਫਰਕ ਨਹੀਂ ਰੱਖਦਾ ਹਾਂ। ਮੈਂ ਸੰਗਤ ਕੇ ਸੰਗ ਭੇਦ। ਸੰਗਤ ਮੇਰੇ ਵਿੱਚ ਅਭੇਦ ਹੈ, ਮੈਂ ਸੰਗਤ ਵਿੱਚ ਅਭੇਦ ਭਾਵਲੀਨ ਹਾਂ। ਸੁਖ ਤੇ ਸੁਖੀ ਖੇਤ ਤੇ ਖੇਦ। ਜਦੋਂ ਸੰਗਤ ਸੁਖੀ ਹੁੰਦੀ ਆ ਤੇ ਮੈਂ ਵੀ ਸੁਖੀ ਹਾਂ, ਜੇ ਸੰਗਤ ਵਿੱਚ ਕੋਈ ਦੁਖੀ ਹੈ ਤੇ ਮਹਾਰਾਜ ਕਹਿੰਦੇ ਮੈਂ ਵੀ ਦੁਖੀ ਹਾਂ। ਸਤਿਗੁਰੂ ਮਹਾਰਾਜ ਜੀ ਇਹ ਕਹਿ ਰਹੇ ਹਨ, ਜੋ ਸੰਗਤ ਰੁਚ ਕਰਤ ਆਹਾਰਾ। ਜਿਹੜੀ ਸੰਗਤ ਪਿਆਰ ਨਾਲ ਲੰਗਰ ਛਕਦੀ ਹੈ ਸੋ ਮੁਝ ਪਹੁੰਚੈ ਸਵਾਦ ਰਸਾਰਾ। ਉਹ ਸਾਰਾ ਲੰਗਰ ਦਾ ਸਵਾਦ ਮੇਰੇ ਕੋਲ ਪਹੁੰਚ ਜਾਂਦਾ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਗੁਰੂ ਵਿੱਚ ਸੰਗਤ, ਸੰਗਤ ਵਿੱਚ ਗੁਰੂ ਵਸਦੀ ਹੈ, ਗੁਰੂ ਵਸਦਾ ਹੈ। ਮਹਾਰਾਜ ਕਹਿੰਦੇ ਸੰਗਤ ਨੂੰ ਲੰਗਰ ਛਕਣ ਦਿਓ, ਕਿਉਂਕਿ ਜੋ ਸੰਗਤ ਨੇ ਛਕਿਆ ਹੈ ਉਹ ਮੇਰੇ ਤੱਕ ਉਹਦਾ ਸਵਾਦ ਪਹੁੰਚਦਾ ਹੈ। ਸੰਗਤ ਅਜਹਿ ਪ੍ਰੇਮ ਕੇ ਨਾਲ। ਜਿਹੜੇ ਪ੍ਰੇਮ ਨਾਲ ਵਾਹਿਗੁਰੂ ਦਾ ਜਾਪ ਕਰਦੇ ਆ, ਸੰਗਤ ਲੰਗਰ ਛਕਦੀ ਹੈ, ਸੋ ਮੁਝ ਪਹੁੰਚੈ ਸਭੀ ਕਾਲ। ਉਹ ਸਾਰਾ ਰਸ ਸਵਾਦ ਮੇਰੇ ਕੋਲ ਪਹੁੰਚ ਜਾਂਦਾ ਹੈ। ਭਾਈ ਮਰਦਾਨਾ ਜੀ ਨੇ ਵੀ ਕਿਹਾ ਸੀ, ਬਾਬਾ ਨਾਨਕ ਜੀ ਆ ਜਦੋਂ ਭੁੱਖ ਲੱਗਦੀ ਮੈਨੂੰ ਹੀ ਲੱਗਦੀ ਹੈ, ਜਦੋਂ ਪਿਆਸ ਲੱਗਦੀ ਮੈਨੂੰ ਹੀ ਲੱਗਦੀ ਹੈ। ਤੁਸੀਂ ਤਾਂ ਕਦੇ ਕਿਹਾ ਹੀ ਨਹੀਂ ਇਹ ਭੁੱਖ ਲੱਗੀ ਆ ਜਾਂ ਕੁਝ ਖਾਣ ਵਾਸਤੇ ਲਿਆ। ਤੇ ਜਦੋਂ ਵੀ ਗਿਆ ਮੈਂ ਹੀ ਖਾਣ ਵਾਸਤੇ ਗਿਆ। ਗੁਰੂ ਸਾਹਿਬ ਹੱਸ ਕੇ ਕਹਿੰਦੇ ਮਰਦਾਨਾ ਜੀ ਨੂੰ, ਕਹਿੰਦੇ ਭਾਈ ਮਰਦਾਨਿਆ ਤੇਰੇ ਮੇਰੇ ਵਿੱਚ ਕੋਈ ਫਰਕ ਹੈ, ਤੇਰੇ ਮੇਰੇ ਵਿੱਚ ਕੋਈ ਅੰਤਰ ਹੈ। ਜਦੋਂ ਤੈਨੂੰ ਕੋਈ ਭੋਜਨ ਪ੍ਰਸ਼ਾਦਾ ਛਕਾਉਂਦਾ ਹੈ ਤੇ ਮੇਰਾ ਵੀ ਪੇਟ ਭਰ ਜਾਂਦਾ ਹੈ, ਤੇਰੇ ਛਕਣ ਨਾਲ ਮੈਂ ਵੀ ਰੱਜ ਜਾਂਦਾ। ਇਹ ਪਿਆਰ ਹੈ ਗੁਰੂ ਤੇ ਸਿੱਖ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਸੰਗਤ ਨੇ ਛਕਿਆ ਉਹਦਾ ਰਸ ਸਾਨੂੰ ਪ੍ਰਾਪਤ ਹੁੰਦਾ ਹੈ। ਸੰਗਤ ਮੋਹ ਬਿਨਾ ਦੂਸਰ ਨਹੀਂ। ਕਹਿੰਦੇ ਮੇਰਾ ਸੰਗਤ ਨਾਲ ਪਿਆਰ ਹੈ, ਸੰਗਤ ਦਾ ਮੇਰੇ ਨਾਲ, ਇਹਦੇ ਵਿੱਚ ਦੂਜਾ ਤੀਜਾ ਹੈ ਹੀ ਕੋਈ ਨਹੀਂ। ਏਕ ਰੂਪ ਜਾਨੋ ਮਨ ਮਾਹੀ। ਇਹ ਇੱਕ ਹੀ ਰੂਪ ਹੈ, ਸੰਗਤ ਹੀ ਗੁਰੂ ਦਾ ਤੇ ਗੁਰੂ ਹੀ ਸੰਗਤ ਦਾ, ਕੋਈ ਸ਼ੱਕ ਨਹੀਂ। ਸੰਗਤ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੀ ਮਹਾਰਾਜ ਤੁਹਾਡੇ ਦਰਸ਼ਨ ਕਰਨੇ ਆ, ਸਾਡੇ ਪਿੰਡ ਆਓ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਨੂੰ ਲੈ ਜਾਓ। ਸਤਿਗੁਰੂ ਅਸੀਂ ਦਰਸ਼ਨ ਤੁਹਾਡੇ ਕਰਨੇ ਆ। ਸਾਹਿਬ ਕਹਿੰਦੇ ਜਦੋਂ ਬਿਧੀ ਚੰਦ ਚੌਂਕੜਾ ਮਾਰ ਕੇ ਜਦੋਂ ਨਾਮ ਦਾ ਸਿਮਰਨ ਕਰਾਏਗਾ ਨਾ, ਤੇ ਜਦੋਂ ਤੁਸੀਂ ਸੰਗਤ ਬੈਠ ਕੇ ਸਿਮਰਨ ਕਰੋਗੇ, ਭਾਈ ਬਿਧੀ ਚੰਦ ਵਿੱਚੋਂ ਸਾਡੇ ਦਰਸ਼ਨ ਹੋਇਆ ਕਰਨਗੇ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਸੰਗਤ ਵਿੱਚੋਂ ਵੀ ਗੁਰੂ ਦਾ ਦੀਦਾਰ ਹੈ। ਪਰ ਸੰਗਤ ਦੇ ਵਿੱਚ ਜੀਵਨ ਉਹ ਹੋਵੇ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ।
ਇਸ ਲਈ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਹੈ ਸੰਗਤ ਔਰ ਸਾਡੇ ਵਿਚਕਾਰ ਹੋਰ ਕੋਈ ਤੀਜਾ ਨਹੀਂ ਹੈ। ਸੁਣ ਕਰ ਬਿਰਧ ਬਚਨ ਸਤਿਗੁਰ ਕੇ ਕਹਿੰਦੇ ਬਾਬਾ ਬੁੱਢਾ ਜੀ ਨੇ ਜਦੋਂ ਗੁਰੂ ਪਾਤਸ਼ਾਹ ਦੇ ਬਚਨ ਸੁਣੇ ਹਨ ਮਹਾ ਪ੍ਰਮੋਦ ਪ੍ਰੇਮ ਜਿਤ ਧਰ ਕੇ ਬਹੁਤ ਪ੍ਰਸੰਨ ਹੋ ਕੇ ਕਹਿੰਦੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਵਾਹ ਸੱਚੇ ਪਾਤਸ਼ਾਹ। ਇੰਨਾ ਪਿਆਰ ਤੁਸੀਂ ਆਪਣੀ ਸਿੱਖ ਸੰਗਤਾਂ ਨੂੰ ਕਰਦੇ ਹੋ ਕਿ ਤੁਸੀਂ ਸੰਗਤ ਵਿੱਚ ਵਰਤ ਕੇ ਹੀ ਜੋ ਸੰਗਤ ਲੰਗਰ ਛਕੇ ਉਹ ਤੁਹਾਨੂੰ ਪਹੁੰਚ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਫਰਕ ਰੱਖਿਆ, ਅਸੀਂ ਰੱਖ ਲਿਆ, ਪਰ ਗੁਰੂ ਸਾਹਿਬ ਨੇ ਨਹੀਂ ਰੱਖਿਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਏ ਤੋ ਕਿਆ ਹੁਆ ਜੀਵਤ ਕਈ ਹਜ਼ਾਰ। ਅੱਜ ਹਜ਼ਾਰਾਂ ਚੋਂ 4 ਸਾਹਿਬਜ਼ਾਦੇ ਵੇਖਣੇ ਹੁਣ ਤਾਂ ਮਿਲਦੇ ਆ। ਅਸੀਂ ਫਰਕ ਕਰਕੇ ਗੁਰੂ ਸਾਹਿਬ ਨੇ ਨਹੀਂ ਸੀ ਕੀਤਾ। ਇਸ ਲਈ ਇਹ ਫਰਕ ਮਿਟਾਓ ਤੇ ਗੁਰੂ ਸਾਹਿਬ ਦੇ ਬਾਣੀ ਦੇ ਰੰਗ ਚ ਰੰਗੋ ਤੇ ਦੱਸੋ ਗੁਰੂ ਸਾਹਿਬ ਨੂੰ ਕਿ ਮਹਾਰਾਜ ਜੇ ਤੁਸੀਂ ਫਰਕ ਨਹੀਂ ਰੱਖਿਆ ਨਾ ਤੇ ਫਰਕ ਅਸੀਂ ਵੀ ਕੋਈ ਨਹੀਂ ਰੱਖਿਆ। ਅਸੀਂ ਵੀ ਬਾਣੀ ਦੇ ਰੰਗ ਵਿੱਚ ਰੰਗੇ ਤੁਹਾਡੇ ਚਰਨਾਂ ਵਿੱਚ ਜੁੜੇ ਹਾਂ ਤੇ ਅਸੀਂ ਆਪਣਾ ਫਰਜ਼ ਨਿਭਾਈਏ। ਗੁਰੂ ਸਾਹਿਬ ਨੇ ਆਪਣਾ ਫਰਜ਼ ਨਿਭਾਇਆ ਹੈ। ਗੁਰੂ ਘਰ ਦੇ ਗੋਲੇ ਬਣੋ ਔਰ ਇਸ ਘਰ ਦੇ ਗੋਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ। ਬੇਨਤੀਆਂ ਕਰੋ ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਲੇ ਨਾਨਕ ਕਰ ਕੇ ਗੋਲੇ ਨਾਨਕ ਕਰ ਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ ਤੁਮ ਹੀ ਸਜਣ ਸੁਹੇਲੇ ਤੁਮ ਹੀ ਸਜਣ ਸੋਹੇਲੇ ਤੁਮ ਹੀ ਸਜਣ ਸੋਹੇਲੇ ਰਾਖੋ ਰਾਖਣ ਹਰ ਦਇਆਲਾ ਰਾਖੋ ਰਾਖਣ ਹਰ ਦਇਆਲਾ ਰਾਖੋ ਰਾਖਣ ਹਾਰ ਦਿਆਲਾ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਨਾਨਕ ਘਰ ਕੇ ਗੋਲੇ ਨਾਨਕ ਕਰ ਕੇ ਗੋਲੇ ਨਾਨਕ ਕਰ ਕੇ ਗੋਲੇ ਗੁਰੂ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਬਾਣੀ ਤੇ ਬਾਣੀ ਦੇ ਘਰ ਨਹੀਂ ਬਣੀਏ, ਹੋਰਾਂ ਨੂੰ ਵੀ ਗੁਰੂ ਘਰ ਨਾਲ ਜੋੜੀਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮੇਰ ਦਾ ਹੱਥ ਰੱਖਣ। ਬੜੇ ਪਿਆਰ ਸਤਿਕਾਰ ਨਾਲ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਲਾਹਾ ਆਪ ਜੀ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।